ਤੁਹਾਡੇ ਭਰਾ ਤੇ ਤਸ਼ੱਦਦ ਢਾਇਆ ਗਿਆ, ਹਾਂਜੀ। ਉਸ ਤੋਂ ਬਾਅਦ ਉਹਦੀ ਸ਼ਹੀਦੀ ਹੁੰਦੀ ਹੈ ਜਾਂ ਕੋਈ ਪੁਲਿਸ ਮੁਕਾਬਲਾ ਬਣਾਉਂਦੀ ਹੈ ਝੂਠਾ? ਹਾਂਜੀ, ਇਹ ਜੀ ਆਪਣਾ ਇਹਨਾਂ ਦਾ ਮੁਕਾਬਲਾ ਸੁਲਤਾਨਵਿੰਡ ਵਾਲੀਆਂ ਨਹਿਰਾਂ ਦੇ ਅੰਮ੍ਰਿਤਸਰ ਮੁਕਾਬਲਾ ਬਣਾ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਝੂਠਾ? ਹਾਂਜੀ, ਝੂਠਾ ਜੀ। ਜਦ ਕਿ ਤੁਹਾਡੇ ਦੱਸਣ ਦੇ ਮੁਤਾਬਕ ਵੀ ਪੁਲਿਸ ਨੇ ਤਸ਼ੱਦਦ ਕਰ ਕਰਕੇ ਹੀ ਇਹਨਾਂ ਨੂੰ ਖਤਮ ਕਰਤਾ। ਹਾਂਜੀ, ਤਸ਼ੱਦਦ ਕਰ ਕਰਕੇ ਖਤਮ ਕਰਤਾ। ਉਸ ਤੋਂ ਬਾਅਦ ਇਹਨਾਂ ਨੇ ਮੁੜ ਕੇ 3-4 ਮੁੰਡੇ ਨਾਲ ਇਹਨਾਂ ਦੇ ਹੋਰ ਸੀ ਜੀ, ਇਹਨਾਂ ਨੂੰ ਸੁਲਤਾਨਵਿੰਡ ਵਾਲੀਆਂ ਨਹਿਰਾਂ 'ਤੇ ਵੀ ਸ਼ਹੀਦ ਕੀਤਾ ਗਿਆ ਜੀ, ਮੁਕਾਬਲਾ ਬਣਾ ਕੇ ਝੂਠਾ। ਕਿਉਂਕਿ ਮਾਤਾ ਉਸੇ ਦਰਦ ਨੂੰ ਨਹੀਂ ਭੁਲਾ ਸਕਦੀ ਕਿ ਜਿਹੜਾ ਉਹੀ ਉਹਨਾਂ ਦਾ ਕਮਾਊ ਪੁੱਤ ਸੀ। ਤੇ 4 ਭੈਣਾਂ ਦਾ ਮਾਤਾ ਨੇ, ਜਿਨ੍ਹਾਂ ਨੇ ਇਹਨਾਂ ਦਾ ਪਿਤਾ ਜੀ ਵੀ ਦੂਜਾ ਸ਼ੁਰੂ ਤੋਂ ਲੱਤ ਤੋਂ ਕਾਫੀ ਆਰੀ ਤੌਰ 'ਤੇ ਹਿੱਸਾ ਬਣਾ, ਤੇ ਇੱਕ ਅੱਧਾ ਕਿੱਲਾ ਜ਼ਮੀਨ ਤੋਂ 4 ਧੀਆਂ ਨੂੰ ਵਿਆਹੁਣਾ ਹੋਵੇ। ਸਲਵਿੰਦਰ ਸਿੰਘ ਨੇ ਆਪਦੀਆਂ 4 ਭੈਣਾਂ ਦੀ ਜ਼ਿੰਮੇਵਾਰੀ ਉਹਦੇ 'ਤੇ ਹੋਵੇ, ਲੇਕਿਨ ਉਹ ਦੂਸਰਾ ਜੋ ਹੈ ਆਪਣੇ ਸੰਘਰਸ਼ ਦੇ ਹੱਲੇ ਇਹ ਸੰਘਰਸ਼ ਹੱਲੇ ਤੁਰ ਪਏ, ਜੋ ਕਿ ਉਸ ਟਾਈਮ ਉਹ ਦੂਜਾ ਕਬੱਡੀ ਦਾ ਪਲੇਅਰ ਵੀ ਸੀ। ਕਬੱਡੀ ਦਾ ਪਲੇਅਰ ਵੀ ਸੀ? ਹਾਂ, ਉਹ ਕਬੱਡੀ ਮੇਰੇ ਤੋਂ 4 ਸਾਲ ਉਹ ਵੱਡਾ ਸੀ, ਲੇਕਿਨ ਅਸੀਂ ਜੋ ਹੈ ਇਕੱਠੇ ਕਬੱਡੀ ਖੇਡਦੇ ਰਹੇ। ਕਈ ਵਾਰੀ ਉਹਨੇ ਆਪਣੇ ਜਿਹੜੇ ਦੂਸਰੇ ਪਹਿਲਵਾਨਾਂ ਨੂੰ ਆਖਣਾ ਤੁਸੀਂ ਤਾਂ ਆਪਦੇ ਘਰੋਂ ਦੁੱਧ ਪੀ ਕੇ ਆਉਂਦੇ ਹੋਗੇ, ਲੇਕਿਨ ਮੈਨੂੰ ਤਾਂ ਘਰੋਂ ਲੱਸੀ ਮਿਲਦੀ ਹੈ ਸਿਰਫ, ਲੇਕਿਨ ਮੁਕਾਬਲਾ ਮੈਂ ਤੁਹਾਡਾ ਬਰਾਬਰ ਹੀ ਕਰੂੰਗਾ। ਇੰਨੀ ਸਪਿਰਿਟ ਹੀ ਉਹਦੀ। ਅੱਖਾਂ ਉਹਦਾ ਜਿਹੜਾ ਚਿਹਰਾ ਸੀ ਨਾ, ਡੁੱਲ ਪੈਂਦਾ ਚਿਹਰਾ। ਹੁਣ ਵੀ ਸਾਡੇ ਅੱਖਾਂ ਦਾ ਉਹਦਾ, ਮਾਤਾ ਨੇ ਤਾਂ ਵਿਚਾਰੀ ਨੇ ਕਿੱਥੇ ਅਤਰੂ ਸਮਾ ਦੇਣਾ, ਸਾਨੂੰ ਮੁਸ਼ਕਿਲ ਹੋਣ ਡਿਆ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ तमाम ਸੰਗਤਾਂ ਦਾ ਮੈਂ ਪਰਮਜੀਤ ਸਿੰਘ ਰਾਣਵਾ ਸਵਾਗਤ ਕਰਦਾ। ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਕਾਲੀਆਂ ਸਕੱਤਰਾਂ, ਜ਼ਿਲ੍ਹਾ ਤਰਨਤਾਰਨ ਸਾਹਿਬ। ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸੀ, ਹੁਣ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਵਿੱਚ ਤਹਿਸੀਲ ਪੱਟੀ ਦੇ ਵਿੱਚ ਇਹ ਪਿੰਡ ਆਉਂਦਾ ਹੈ ਕਾਲੀਆਂ ਸਕੱਤਰਾਂ, ਜਿੱਥੋਂ ਦੇ 17 ਸਿੰਘ ਸ਼ਹੀਦ ਹੋਏ ਸਿੱਖ ਸੰਘਰਸ਼ ਦੇ ਦੌਰਾਨ। ਇਸੇ ਪਿੰਡ ਦੇ 8ਵੇਂ ਪਰਿਵਾਰ ਦੇ ਕੋਲ ਇਸ ਵਕਤ ਅਸੀਂ ਬੈਠੇ ਹਾਂ, ਔਰ ਉਸ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਜੋ BTF ਦੇ ਏਰੀਆ ਕਮਾਂਡਰ ਸਨ, ਸ਼ਹੀਦ ਭਾਈ ਸਲਵਿੰਦਰ ਸਿੰਘ ਸ਼ਿੰਦਾ ਉਰਫ ਧਮਾਕਾ ਵੀ ਉਹਨਾਂ ਦਾ ਇੱਕ ਨਾਮ ਸੀ। ਧਮਾਕਾ ਨਾਮ ਕਿਵੇਂ ਪਿਆ ਇਹ ਵੀ ਜਾਣਾਂਗੇ। ਉਹਨਾਂ ਦੇ ਸਕੇ ਭਰਾ ਸ਼ਹੀਦ ਭਾਈ ਸਲਵਿੰਦਰ ਸਿੰਘ ਸ਼ਿੰਦਾ ਦੇ ਸਕੇ ਭਰਾ ਇਸ ਵਕਤ ਮੇਰੇ ਨਾਲ ਬੈਠੇ ਨੇ, ਭਾਈ ਜਸਵੰਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਭਰਾ ਸਲਵਿੰਦਰ ਸਿੰਘ ਸ਼ਿੰਦਾ, ਹਾਂਜੀ, ਉਰਫ ਧਮਾਕਾ, ਹਾਂਜੀ, ਇਹ ਜਿਹੜੀ ਖਾੜਕੂ ਸਫਾ ਦੇ ਵਿੱਚ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ, ਹਾਂਜੀ, ਉਹ ਕਿਵੇਂ ਉਹ ਇਸ ਸੰਘਰਸ਼ ਵਿੱਚ ਕੁੱਦੇ? ਇਹ ਜੀ ਜਦੋਂ ਦਰਬਾਰ ਸਾਹਿਬ ਆਪਣੇ ਅਟੈਕ ਹੋਇਆ 1984 ਦਾ, ਉਸ ਦੇ ਰੋਸ ਵਜੋਂ ਇਹਨਾਂ ਨੇ ਇਹ ਆਪਣਾ ਸੇਵਾ ਦਾ ਅਖਤਿਆਰ ਬਦਲਾ ਲੈਣ ਵਾਸਤੇ ਇਸ ਸੰਘਰਸ਼ ਵਿੱਚ ਜੂਝ ਗਏ ਸੀ। 1984 ਜਿਹੜਾ ਨੀਲਾ ਤਾਰਾ ਹੋਇਆ, ਨੀਲਾ ਤਾਰਾ ਜੀ। ਤਕਰੀਬਨ ਬਹੁਤ ਜਿਹੜੇ ਨੌਜਵਾਨ ਸਨ, ਜਿਹੜੇ ਸ਼ਹੀਦ ਹੋ ਚੁੱਕੇ ਨੇ, ਉਹਨਾਂ ਦੇ ਪਰਿਵਾਰਾਂ ਦੇ ਕੋਲ ਜਦੋਂ ਅਸੀਂ ਜਾਂਦੇ ਹਾਂ ਤਾਂ ਤਕਰੀਬਨ ਉਹਨਾਂ ਸਾਰੇ ਪਰਿਵਾਰਾਂ ਦਾ ਹੀ ਇਹ ਕਹਿਣਾ ਸੀ ਵੀ ਇਹ 1984 ਦਾ ਜਿਹੜਾ ਅਟੈਕ ਹੋਇਆ ਸੀ ਗੋਲਡਨ ਟੈਂਪਲ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਉੱਪਰ ਭਾਰਤੀ ਫੌਜ ਵੱਲੋਂ ਜਿਹੜਾ ਕੀਤਾ ਸੀ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ। 17 ਸਿੰਘਾਂ 'ਚੋਂ ਬਹੁਤੇ ਸਿੰਘਾਂ ਦੇ ਮਨਾਂ ਵਿੱਚ ਉਹ ਰੋਸ ਸੀ, ਔਰ ਉਸ ਰੋਸ ਦਾ ਹੀ ਇਹ ਇਜ਼ਹਾਰ ਸੀ ਕਿ ਇੱਕ ਆਮ ਸਧਾਰਨ ਪਰਿਵਾਰ ਦੇ ਵਿੱਚੋਂ ਇੱਕ ਨੌਜਵਾਨ ਦੇ ਹੱਥ ਵਿੱਚ ਹਥਿਆਰ ਆਏ। ਇਹ ਜੀ ਬਹੁਤ ਸੈਂਟਰ ਸਰਕਾਰ ਦੀ ਘਿਨਾਉਣੀ ਹਰਕਤ ਕੀਤੀ ਇਹਨਾਂ ਨੇ, ਜੋ ਦਰਬਾਰ ਸਾਹਿਬ ਆਣ ਕੇ ਅਟੈਕ ਕੀਤਾ। ਇਹ ਜੇ ਨਾ ਕਿਤੇ ਹੁੰਦਾ ਇਹ ਕੰਮ ਦਰਬਾਰ ਸਾਹਿਬ 'ਤੇ ਅਟੈਕ, ਇਹ ਇੰਨਾ ਵੀ ਨਹੀਂ ਸੀ
ਇਹ ਸੰਘਰਸ਼ ਦੇ ਵਿੱਚ ਜਾਣਾ ਆਉਣ ਦੇਣਾ। ਲੋਕਾਂ ਨੂੰ ਹਿਰਖ ਹੀ ਇਸ ਗੱਲ ਦਾ। ਤੁਹਾਡੇ ਕਹਿਣ ਤੋਂ ਭਾਵ ਇਹ ਹੈ ਵੀ ਅਗਰ ਸਾਡੀਆਂ ਹੀ ਸਰਕਾਰਾਂ, ਸਾਡੀ ਕੇਂਦਰੀ ਸਰਕਾਰ ਔਰ ਸਾਡੀ ਭਾਰਤੀ ਫੌਜ ਹਾਂਜੀ ਅਗਰ ਦਰਬਾਰ ਸਾਹਿਬ ਦੇ ਉੱਪਰ ਅਟੈਕ ਨਾ ਕਰਦੀ ਹਾਂਜੀ ਤਾਂ ਜਿਹੜਾ ਨੌਜਵਾਨੀ ਦਾ ਘਾਣ ਇਹ ਨਹੀਂ ਸੀ ਪੰਜਾਬ ਦੇ ਵਿੱਚ ਹੋਇਆ ਵੀ ਇਹ ਨਹੀਂ ਸੀ ਹੋਣਾ। ਨਹੀਂ ਸੀ ਹੋਣਾ ਜੀ। ਇਹ ਸਾਰਾ ਰੋਸ ਹੀ ਇਹ ਸੀ। ਰੋਸ ਵਜੋਂ ਹੋਇਆ ਜੀ। ਇੱਕ ਆਪਣੇ ਦਰਬਾਰ ਸਾਹਿਬ, ਸੱਚਖੰਡ ਦਰਬਾਰ ਸਾਹਿਬ, ਇੱਕ ਆਪਣਾ ਸਿੱਖ ਕੌਮ ਦਾ ਬਹੁਤ ਵੱਡਾ ਹੈ ਕੇਂਦਰ ਸਥਾਨ, ਸਭ ਦਾ ਸਾਂਝਾ ਸਥਾਨ। ਸਭ ਦਾ ਸਾਂਝਾ, ਇਕੱਲੇ ਪਰ ਸਿੱਖਾਂ ਦਾ ਹੀ ਨਹੀਂ। ਹਾਂ, ਬਲਕਿ ਹਰ ਇੱਕ ਧਰਮ ਦਾ ਸਾਂਝਾ ਹੈ। ਲੇਕਿਨ ਉਸ ਦੇ ਵਿੱਚ ਜੋ ਸੈਂਟਰ ਸਰਕਾਰ ਨੇ ਕੀਤਾ ਉਹ ਬਹੁਤ ਘਿਨੌਣੀ ਕੀਤੀ ਇਹਨਾਂ ਨੇ ਗੱਲ। ਤੇ ਇਸ ਰੋਸ ਵਜੋਂ ਹੀ ਜੋ ਇਹ ਵੀ ਸੰਘਰਸ਼ ਦੇ ਵਿੱਚ ਉਹ ਆਪਣਾ ਭਾਈ ਸਲਵਿੰਦਰ ਸਿੰਘ ਮੇਰੇ ਭਰਾ ਇਸ ਸੰਘਰਸ਼ ਵਿੱਚ ਤਾਂ ਹੀ ਰੋਸ ਵਜੋਂ ਹੀ ਇਸ ਦੇ ਕਰਕੇ ਉਹ ਇਹਨਾਂ ਦੇ ਚਲੇ ਤੁਹਾਡੇ ਗਏ। ਸਕੇ ਭਰਾ ਨੇ ਮਤਲਬ ਕੁਝ ਬਚਪਨ ਦੀਆਂ ਸਲਵਿੰਦਰ ਸਿੰਘ ਦੀਆਂ ਯਾਦਾਂ ਤਾਜ਼ਾ ਕਰਨੀਆਂ ਚਾਹੋਗੇ? ਹਾਂਜੀ, ਜਦੋਂ ਆਪਣਾ ਭਾਈ 84 ਦਾ ਅਟੈਕ ਹੋਇਆ ਹੈ ਉਸ ਤੋਂ ਬਾਅਦ 6-7 ਕੁ ਮਹੀਨੇ ਆਪਣਾ ਕੈਸਟ ਇੰਦਰਾ ਗਾਂਧੀ ਦੀ ਆਪਣੀ ਕੱਢੀ ਹੁੰਦੀ ਸੀ ਤੇ ਉਹ ਆਪਣੇ ਇੱਥੇ ਗੁਰਦੁਆਰੇ ਸਾਹਿਬ ਨਾਲ ਲਾ ਕੇ ਆਉਂਦਾ ਹੁੰਦਾ ਸੀ। ਅੱਛਾ। ਹਾਂਜੀ, ਤੇ ਉਸ ਤੋਂ ਬਾਅਦ ਸਾਡੇ ਬਾਪ ਨੇ ਕਹਿਣਾ ਵੀ ਤੂੰ ਨਾ ਇਹ ਕੰਮ ਕਰ, ਕਿਸ ਤਰ੍ਹਾਂ ਹੀ ਨਾ ਕੈਸਟ ਲਾ ਕੇ ਵੀ ਤੂੰ ਆਇਆ ਕਰ ਗੁਰਦੁਆਰੇ ਸਾਹਿਬ। ਉਹ ਆਂਦਾ ਨਹੀਂ ਮੈਂ ਲਾ ਕੇ ਆਉਣੀ ਆ। ਤੇ ਬਾਪ ਨੇ ਵੀ ਬਹੁਤ ਸਮਝਾਇਆ ਪਰ ਨਹੀਂ ਗਾ, ਉਹ ਇਸ ਕਹਿੰਦਾ ਨਹੀਂ ਮੈਂ ਵੀ ਇਹ ਕੰਮ ਦੇ ਵਿੱਚ ਮੈਂ ਜਾਣਾ ਹੀ ਚਾਹੁੰਦਾ ਹਾਂ। ਅੰਦਰ ਉਹ ਰੋਸ ਬਲਬਲਾ ਸੀ, ਹਾਂਜੀ। ਰੋਸ ਵੀ ਸੀ। ਹਾਂਜੀ। ਅੱਛਾ, ਫਿਰ ਉਹ ਕੈਸਟ ਲਾਉਂਦੇ। ਪੜ੍ਹਾਈ ਜਿਹੜੀ ਸੀ ਕਿੱਥੋਂ ਪੜ੍ਹਾਈ ਜੀ ਉਹ 1-2 ਜਮਾਤਾਂ ਪੜ੍ਹਿਆ ਸੀ। ਸਕੂਲੀ ਜਿਹੜੀ ਪੜ੍ਹਾਈ ਹਾਂਜੀ ਸੀ। ਹਾਂਜੀ। ਕਿੰਨੇ ਸਾਲ ਦੀ ਉਮਰ ਦੇ ਵਿੱਚ? ਉਹ ਤਕਰੀਬਨ ਜੀ 18-19 ਸਾਲ ਦੇ ਹੋਣਗੇ। ਤੇ ਉਦੋਂ ਉਹਨਾਂ ਦੇ ਮਾੜੀ ਮੋਛ ਉਤਰਦੀ ਆਉਂਦੀ ਸੀ ਜਦੋਂ ਇਹ ਸੰਘਰਸ਼ ਦੇ ਵਿੱਚ ਪਈ ਚਲੇ ਗਏ ਸੀ ਹੌਲੀ ਉਮਰ ਵਿੱਚ ਹੀ। ਇਸ ਖਾੜਕੂ ਸੰਘਰਸ਼ ਦੇ ਵਿੱਚ, ਖਾੜਕੂ ਸਫਾ ਦੇ ਵਿੱਚ ਤੁਹਾਡੇ ਜਿਹੜੇ ਭਰਾ ਨੇ ਕਿਸ ਸਿੰਘ ਦੇ ਰਾਹੀਂ, ਕਿਸ ਦੇ ਜ਼ਰੀਏ ਰਾਹੀਂ ਮਤਲਬ ਆਏ ਸੀ? ਇਹ ਆਪਣੇ ਸਾਰੇ ਪਰਿਵਾਰ, ਭਾਈ ਬਗੀਚਾ ਸਿੰਘ ਖਾਲਸਾ ਸੀ, ਜਿਵੇਂ ਭਾਈ ਸਰਜੀਤ ਸਿੰਘ ਝੱਖੜ ਠੱਠੀਏ ਦੇ ਹੋਏ ਨੇ, ਉਹਨਾਂ ਨਾਲ ਭਾਈ ਆਪਣਾ ਸਾਹਿਬ ਸਿੰਘ ਹੀਰੋ ਆਪਣਾ ਉਹਨਾਂ ਦੇ ਸਾਰਿਆਂ ਦੇ ਨਾਲ ਆਪਣੇ ਨੇ ਇਹ ਪਾਰਟੀ ਜਥੇਬੰਦੀ ਨਾਲ ਸੀ ਇਹਨਾਂ ਸੰਪਰਕ ਜੀ। ਭਾਈ ਸ਼ਹੀਦ ਭਾਈ ਬਗੀਚਾ ਸਿੰਘ ਖਾਲਸਾ ਹਾਂਜੀ, ਤੁਹਾਡੇ ਹਾਂਜੀ। ਪਿੰਡ ਦੇ ਹੀ ਹੋਏ ਨੇ? ਹਾਂਜੀ ਹਾਂਜੀ। ਉਹ ਉਹਨਾਂ ਦੇ ਰਾਹੀਂ ਹੀ ਮਤਲਬ ਉਹਨਾਂ ਰਾਹੀਂ ਦੀ ਕਿਉਂਕਿ ਉਹ ਵੀ BTF ਦੇ ਲੈਫਟੀਨੈਂਟ ਜਨਰਲ ਰਹੇ। ਹਾਂਜੀ, ਇਹ ਵੀ BTF ਦਾ ਏਰੀਆ ਕਮਾਂਡਰ ਰਿਹਾ। ਏਰੀਆ ਕਮਾਂਡਰ ਸੀ। ਹਾਂਜੀ। ਮਤਲਬ ਉਸ ਤੋਂ ਬਾਅਦ ਜਦੋਂ ਘਰੋਂ ਪਹਿਲੀ ਦਫਾ ਹਾਂਜੀ ਤੁਹਾਡੇ ਭਰਾ ਨੇ ਸ਼ਹੀਦ ਭਾਈ ਸਲਵਿੰਦਰ ਸਿੰਘ ਸ਼ੰਦਾ ਨੇ ਪੈਰ ਪੁੱਟਿਆ ਹਾਂਜੀ ਇਸ ਪਾਸੇ ਵੱਲ, ਹਾਂਜੀ। ਤੁਹਾਨੂੰ ਕਿੰਨੇ ਚਿਰ ਬਾਅਦ ਪਤਾ ਲੱਗਿਆ? ਇਹ ਜੀ ਸਾਨੂੰ ਕੋਈ 3-4 ਦਿਨਾਂ ਬਾਅਦ ਜਦੋਂ ਘਰ ਨਹੀਂ ਵਾਪਸ ਆਇਆ ਫਿਰ ਪਤਾ ਲੱਗਾ ਵੀ ਇਹ ਇਸ ਕੰਮ ਦੇ ਵਿੱਚ ਚਲੇ ਗਿਆ। 3-4 ਦਿਨ ਘਰੋਂ ਗੁੰਮ ਰਿਹਾ? ਹਾਂਜੀ, ਗੁੰਮਰਾਹ। ਤੇ ਮੁੜ ਕੇ ਨਹੀਂ ਜੀ ਇਹ ਵਾਪਸ ਆਇਆ ਇਹ ਕੰਮ। 3-4 ਦਿਨ ਘਰੋਂ ਜਦੋਂ ਚਲੇ ਗਿਆ ਫਿਰ ਨਹੀਂ ਵਾਪਸ ਆਇਆ। ਤੁਹਾਨੂੰ ਪਤਾ ਲੱਗਿਆ ਵੀ ਹੁਣ ਉਹ ਵੀ ਇਹ ਸਿੰਘਾਂ ਸਿੰਘਾਂ 'ਚ ਰਲ ਗਿਆ। ਹਾਂਜੀ। ਉਸ ਤੋਂ ਬਾਅਦ ਮੁੜ ਕੇ ਕਦੇ ਘਰੇ ਨਹੀਂ ਆਇਆ? ਹਾਂਜੀ, ਕਿਤੇ ਜੀ ਉਦੋਂ ਆਪਣਾ 2 ਸਾਲ ਉਹ ਸੇਵਾ ਕਰਦੇ ਰਹੇ। ਉਹ ਕਿਤੇ ਰਾਤ ਬਰਾਤੇ ਉਦੋਂ ਆ ਜਾਂਦੇ ਹੁੰਦੇ ਸੀ ਮਿਲਣ ਗਿਲਣ ਤੇ। ਜਦੋਂ ਪੁਲਿਸ ਨੂੰ ਪਤਾ ਲੱਗਦਾ ਵੀ ਤੁਹਾਡਾ ਭਰਾ ਇੱਕ ਖਾੜਕੂ ਬਣ ਗਿਆ, ਹਾਂਜੀ, ਤਾਂ ਸੁਭਾਵਕ ਹੈ ਵੀ ਪੁਲਿਸ ਦੀ ਜਿਹੜੀ ਅੱਖ ਹੈ ਉਹਨਾਂ ਪਰਿਵਾਰਾਂ ਤੇ ਹੁੰਦੀ ਹੈ। ਹਾਂਜੀ। ਜਿਵੇਂ ਬਾਕੀ ਪਰਿਵਾਰਾਂ ਦੇ ਉੱਪਰ ਪੰਜਾਬ ਪੁਲਿਸ ਨੇ, ਪੰਜਾਬ ਸਰਕਾਰ ਨੇ ਜ਼ੁਲਮ ਢਾਏ, ਤੁਹਾਡੇ ਪਰਿਵਾਰ ਦੇ ਉੱਪਰ ਵੀ ਕੁਝ ਐਸਾ ਵਰਤਿਆ? ਹਾਂਜੀ, ਇੱਕ ਵਾਰ ਜੀ ਸਾਡੇ ਆਪਣਾ ਸੂਬਾ ਸਰਹੰਦ ਆਇਆ ਹੈ ਜੀ। ਇਹ ਸੂਬਾ ਸਰਹੰਦ ਜਿਸ ਪਰਿਵਾਰ ਦੇ ਕੋਲ ਵੀ ਅਸੀਂ ਜਾਂਦੇ ਹਾਂ, ਤੁਸੀਂ ਦੇਖ ਰਹੇ ਹੋਗੇ ਤਕਰੀਬਨ ਇਹ 8ਵਾਂ ਪਰਿਵਾਰ ਹੈ ਹਾਂਜੀ ਕਾਲੀਆਂ ਸਕੱਤਰਾਂ ਦਾ। ਹਰ ਇੱਕ ਸ਼ਹੀਦ ਪਰਿਵਾਰ ਦੇ ਮੈਂਬਰਾਂ ਦੀ ਰਸਨਾ ਦੇ ਉੱਪਰ ਇੱਕ ਨਾਮ ਬਹੁਤ ਚਰਚਿਤ ਜੋ ਰਿਹਾ ਉਸ ਸਮੇਂ, ਸੂਬਾ ਸਰਹੰਦ। ਸੂਬਾ ਸਿੰਘ ਉਹਦਾ ਨਾਮ ਸੀ, ਇੰਸਪੈਕਟਰ ਸੀ ਉਹ ਪੰਜਾਬ ਪੁਲਿਸ ਦੇ ਵਿੱਚ। ਪਰ ਉਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਬਹੁਤ ਦਰਿੰਦਾ ਹਾਂ, ਮੈਂ ਬੜਾ ਜ਼ਾਲਮ ਹਾਂ। ਜਿਵੇਂ ਸੂਬਾ ਸਰਹੰਦ ਵਜ਼ੀਦਾ ਬੜਾ ਦੁਸ਼ਟ, ਬੜਾ ਦਰਿੰਦਾ, ਬੜਾ ਜ਼ਾਲਮ, ਬੜਾ ਅਤਿਆਚਾਰੀ ਹੋਇਆ। ਕਹਿੰਦਾ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਦੇ ਉਹਨੇ ਦੋਵੇਂ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ, ਇਸੇ ਤਰ੍ਹਾਂ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਆਪਣੇ ਆਪ ਨੂੰ ਸਿੰਘ ਕਹਾਉਂਦੇ ਹੋ।
ਤਾਂ ਮੈਂ ਵੀ ਤੁਹਾਨੂੰ ਉਸੇ ਤਰ੍ਹਾਂ ਹੀ ਕੋ ਕੇ ਸ਼ਹੀਦ ਕਰਾਂਗਾ। ਉੱਥੋਂ ਹਰ ਸ਼ਹੀਦ ਪਰਿਵਾਰ ਦਾ ਜਿਹੜੀ ਜਵਾਨ ਹੈ ਉਹ ਸੂਬਾ ਸਰਹੰਦ ਕਹਿੰਦੀ ਹੈ, ਕਿਉਂਕਿ ਉਹ ਖੁਦ ਨੂੰ ਸੂਬਾ ਸਰਹੰਦ ਦਾ ਖਿਤਾਬ ਦਿੰਦਾ ਸੀ। ਨਾ ਕਿਸੇ ਸ਼ਹੀਦ ਪਰਿਵਾਰ ਨੇ ਉਹਨੂੰ ਇਹ ਖਿਤਾਬ ਦਿੱਤਾ, ਉਹਨੇ ਆਪਣੇ ਆਪ ਹੀ ਆਪਣੀ ਜ਼ਬਾਨ ਦੇ ਨਾਲ ਹਰ ਇੱਕ ਸਿੱਖ ਪਰਿਵਾਰ ਨੂੰ ਇਹ ਕਿਹਾ ਸੀ ਕਿ ਮੈਂ ਸੂਬਾ ਸਰਹੰਦ ਹਾਂ। ਜਦੋਂ ਇੰਸਪੈਕਟਰ ਸੂਬਾ ਸਿੰਘ ਜਿਹੜਾ ਸੂਬਾ ਸਰਹੰਦ ਹਾਂਜੀ ਜਦੋਂ ਤੁਹਾਡੇ ਘਰੇ ਆਉਂਦਾ ਹੈ, ਹਾਂਜੀ ਸਲਵਿੰਦਰ ਸਿੰਘ ਦੀ ਬਾਬਤ ਉਹਨੂੰ ਪਤਾ ਲੱਗਦਾ ਹੈ, ਹਾਂਜੀ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਜੀ ਸਾਡਾ ਜਿਹੜਾ ਬਾਪ ਸੀ ਉਹ ਬਜ਼ੁਰਗ ਸੀ ਤੇ ਮੈਂ ਛੋਟਾ ਸਾਂ, 7-8 ਸਾਲਾਂ ਦਾ ਸਾਂ। ਤੇ ਉਸ ਤੋਂ ਬਾਅਦ ਸੂਬਾ ਸਰਹੰਦ ਸਾਡੇ ਘਰ ਆਇਆ ਵੀ ਕਹਿੰਦਾ ਬਾਪੂ ਤੂੰ ਵੀ ਤੇਰਾ ਮੁੰਡਾ ਕਿੱਥੇ ਆ? ਉਹਨੇ ਆਖਿਆ ਵੀ ਮੈਂ ਮੁੰਡਾ ਕਿੱਥੇ ਨਹੀਂ ਆ, ਮੈਂ ਤਾਂ ਦੇਖੋ ਮੈਂ ਮੁੰਡਾ ਉਹ ਮੇਰਾ ਕਰਨ ਵਾਲਾ ਮੁੰਡਾ ਸੀ, ਬੱਚਾ ਸੀ ਮੇਰਾ, ਤੇ ਮੈਂ ਉਹਨੂੰ ਜਾਣ ਕੇ ਬੁੱਝ ਕੇ ਥੋੜ੍ਹਾ ਇਹ ਕੰਮ ਵੱਲ ਘੱਲਿਆ। ਆਂਦੇ ਤਾਂ ਵੀ ਕਿੱਥੇ ਗਿਆ ਉਹ ਹੈ। ਤੇ ਮੁੜ ਕੇ ਸਾਡੇ ਬਾਪ ਨੂੰ ਥਾਣੇ ਲੈ ਗਏ ਆ। ਥਾਣੇ ਤੋਂ ਬਾਅਦ ਸਰਪੰਚ ਨੇ ਜਾ ਕੇ ਆਖਿਆ ਵੀ ਆਹ ਗੱਲ ਆ। ਉਸ ਤੋਂ ਬਾਅਦ ਮੁੜ ਕੇ ਸਾਡੇ ਪਿਓ ਦਾ ਉਹਨਾਂ ਅੰਗੂਠਾ ਲਵਾ ਕੇ ਤੇ ਬਾਅਦ 'ਚ ਉਹਨਾਂ ਨੇ ਫਿਰ ਸਾਨੂੰ ਵੀ ਕੋਈ ਪਰੇਸ਼ਾਨ ਨਹੀਂ ਗਾ ਕੀਤਾ ਕੁਛ। ਤੁਹਾਡੇ ਪਿਤਾ ਜੀ ਤੋਂ ਅੰਗੂਠਾ ਲਵਾ ਲਿਆ? ਹਾਂਜੀ ਅੰਗੂਠਾ ਲਵਾ ਲਿਆ ਉਹਨਾਂ ਨੇ। ਕਿਸ ਕਾਗਜ਼ ਤੇ ਲਵਾਇਆ? ਉਸ ਕਾਗਜ਼ ਤੇ ਕੀ ਲਿਖਿਆ ਸੀ ਕੋਈ ਪਤਾ ਨਹੀਂ? ਉਹ ਨਹੀਂ ਸੀ ਸਾਨੂੰ ਪਤਾ ਜੀ, ਕੁਛ ਨਹੀਂ ਪਤਾ, ਕੁਛ ਨਹੀਂ ਗਿਆ ਪਤਾ। ਸਿਰਫ ਇੱਕ ਅੰਗੂਠਾ ਲਗਵਾਇਆ? ਇੱਕ ਅੰਗੂਠਾ ਲਵਾ ਕੇ ਪੰਚਾਇਤ ਦੇ ਕੋਲ ਪਈ ਲੈ ਗਏ, ਕਿਸ ਤਰ੍ਹਾਂ ਨਹੀਂ ਗਏ ਉੱਥੇ ਸਰਪੰਚ ਸਾਹਿਬ ਦੇ ਕੋਲ। ਤੇ ਉਸ ਤੋਂ ਬਾਅਦ ਵੀ ਸਾਨੂੰ ਵੀ ਨਹੀਂ ਗਾ ਕੋਈ ਪਰੇਸ਼ਾਨ ਨਹੀਂ ਗਾ ਕੀਤਾ। ਕਿੰਨੇ ਭਰਾ ਹੋ ਤੁਸੀਂ? ਸਲਵਿੰਦਰ ਸਿੰਘ ਕਿੰਨੇ ਭਰਾ ਨੇ ਬਾਕੀ? ਹਾਂਜੀ ਅਸੀਂ 3 ਭਰਾ ਹਾਂ ਤੇ ਸਭ ਤੋਂ ਵੱਡੀਆਂ ਸਾਡੀਆਂ 4 ਭੈਣਾਂ ਨੇ ਤੇ 3 ਅਸੀਂ ਭਰਾ ਹਾਂ ਜੀ। ਤੇ ਵੱਡਾ ਸਾਡਾ ਭਰਾ ਭਾਈ ਸਲਵਿੰਦਰ ਸਿੰਘ ਹੈ ਜੀ। ਵੱਡਾ ਭਰਾ ਸੀ? ਹਾਂਜੀ ਉਹ ਸਾਡਾ ਘਰ 'ਚੋਂ ਕਮਾਉਣ ਵਾਲਾ ਉਹ ਹੈਗਾ, ਮੈਂ ਛੋਟਾ ਸਾਂ। ਤੇ ਜਿਹੜਾ ਉਦੋਂ ਛੋਟਾ ਭਰਾ ਹੈ ਭਾਈ ਪ੍ਰਗਟ ਸਿੰਘ, ਉਹ ਬਾਬਾ ਵੀਰ ਸਿੰਘ ਦੇ ਗੁਰਦੁਆਰੇ ਬਾਬਾ ਕੇਰ ਸਿੰਘ ਰਿਖੀ ਹੋਏ ਬਹੁਤ ਸੰਤ ਮਹਾਂਪੁਰਸ਼ ਹੈ। ਉਹਨਾਂ ਦਾ ਸਾਡਾ ਮਾਮਾ ਜੀ ਵੀ ਉੱਥੇ ਰਹਿੰਦੇ ਸੀ ਤੇ ਉਹਨੂੰ 6-7 ਸਾਲਾਂ ਦਾ ਸੀ ਜਦੋਂ ਉੱਥੇ ਸਾਡੇ ਭਰਾ ਨੂੰ ਲੈ ਗਏ ਬਾਬੇ। ਉੱਥੇ ਉਹਨਾਂ ਪੜ੍ਹਾਇਆ ਲਿਖਾਇਆ ਕਿਸ ਤਰ੍ਹਾਂ ਜੀ, ਬਾਬਿਆਂ ਨਾਲ ਹੋ ਰਿਹਾ। ਤੇ ਮੈਂ ਉਦੋਂ 5-6 ਸਾਲਾਂ ਦਾ ਹੋਇਆ ਤੇ ਸਿਰਫ ਉਹ ਬਜ਼ੁਰਗ ਸੀ ਸਾਡਾ ਬਾਪ। ਉਹ ਤੇ ਭੈਣਾਂ ਸਾਡੀਆਂ ਵੱਡੀਆਂ ਨੇ। ਤੁਹਾਡੇ ਪਰਿਵਾਰ ਦੇ ਉੱਪਰ ਕੋਈ ਜ਼ੁਲਮ ਪੁਲਿਸ ਨੇ ਕੋਈ ਤਸ਼ੱਦਦ ਢਾਇਆ? ਨਹੀਂ ਜੀ, ਸਾਡੇ ਤੇ ਕੋਈ ਐਵੇਂ ਆਖੀ ਜਾਈਏ ਵੀ ਅੱਜ ਆ ਕੱਲ੍ਹ ਆ, ਸੱਚ ਨੂੰ ਸੱਚ ਆਖਣਾ ਚਾਹੀਦਾ, ਝੂਠ ਨੂੰ ਝੂਠ ਆਖਣਾ ਚਾਹੀਦਾ। ਸਾਡੇ ਤੇ ਵੀ ਨਹੀਂ ਤਸ਼ੱਦਦ। ਸਿਰਫ 1-2 ਵਾਰ ਪੁਲਿਸ ਸੂਬਾ ਸਰਹੰਦ ਸਾਡੇ ਘਰ ਆਇਆ ਹੈ ਬਜ਼ੁਰਗ ਨੂੰ ਵਾਸਤੇ। ਤੇ ਇੱਕ ਵਾਰ ਜਦੋਂ ਉਹਨਾਂ ਬਾਅਦ ਸਾਡੇ ਬਜ਼ੁਰਗ ਤੋਂ ਅੰਗੂਠਾ ਲਵਾ ਲਿਆ, ਉਸ ਤੋਂ ਬਾਅਦ ਸਾਡੇ ਘਰ ਉਦੋਂ ਜਦੋਂ ਵੀ ਇਸ ਤਰ੍ਹਾਂ ਮਾੜੀ ਵਾਰਦਾਤ ਕਿਤੇ ਹੁੰਦੀ ਸੀ ਉਦੋਂ ਚੱਕਰ ਮਾਰਨ ਵਾਸਤੇ ਸਾਡੇ ਘਰ ਆਉਂਦਾ ਸੀ। ਪੁੱਛਗਿੱਛ ਕਰਨ ਵਾਸਤੇ ਆਉਂਦਾ ਹੈਗਾ ਸੀ। ਜਦੋਂ ਵੀ ਕਿਤੇ ਪਿੰਡ ਦੇ ਵਿੱਚ ਪੁਲਿਸ ਆਉਂਦੀ ਸੀ, ਆਉਂਦਾ ਜ਼ਰੂਰ ਹੈਗਾ ਜੀ। ਹਾਂਜੀ ਮਤਲਬ ਸ਼ਹੀਦ ਸਲਵਿੰਦਰ ਸਿੰਘ ਸ਼ਿੰਦਾ ਹਾਂਜੀ ਉਰਫ ਧਮਾਕਾ। ਧਮਾਕਾ ਕਿਉਂ ਕਿਹਾ ਜਾਂਦਾ ਹੈ? ਹਾਂਜੀ ਧਮਾਕਾ ਹੈ ਜੀ, ਇਹ ਜੀ ਉਦੋਂ ਏਰੀਆ ਕਮਾਂਡਰ ਬਣੇ ਸੀ ਤੇ ਇਹਨਾਂ ਆਪਣੇ ਟਾਹਲੀਆਂ ਵਾਲੇ ਅੱਡੇ CRPF ਦੇ ਉੱਤੇ ਹਮਲਾ ਕੀਤਾ ਸੀ ਜੀ। ਤੇ ਉਦੋਂ ਇਹਨਾਂ ਨੇ ਬੰਬ ਲਾ ਕੇ ਤੇ ਡਾਈ ਸੀ ਗੱਡੀ ਜੀ, CRP ਦੀ ਜੀ। ਤੇ ਉਸ ਤੋਂ ਬਾਅਦ ਇਹਨੂੰ ਧਮਾਕੇ ਦੇ ਨਾਲ ਦਰਜਾ ਦਿੱਤਾ ਗਿਆ ਜੀ। ਜਿਹੜੀ ਬੰਬ ਲਾਇਆ ਉੱਥੇ ਬੰਬ ਬਲਾਸਟ ਕੀਤਾ? ਹਾਂਜੀ। CRP ਦੇ ਕੁਝ ਜਵਾਨ ਵੀ ਉੱਥੇ ਮਾਰੇ ਗਏ? ਹਾਂਜੀ 3-4 ਜਵਾਨ ਮਾਰੇ ਗਏ ਜੀ। ਉਹ ਇੱਕ ਐਕਸ਼ਨ ਸੀ ਇਹਦਾ? ਹਾਂਜੀ ਐਕਸ਼ਨ ਸੀ ਜਿਹਦੇ ਚੋਂ ਇਹਨੂੰ ਨਾਮ ਧਮਾਕਾ ਮਿਲਿਆ। ਹਾਂਜੀ ਧਮਾਕਾ ਬੰਬ ਬਲਾਸਟ ਕੀਤਾ ਇਹਨੇ। ਹਾਂਜੀ ਤਾਂ ਉਹਨੂੰ ਧਮਾਕਾ ਕਰਕੇ ਜਾਣਿਆ ਜਾਂਦਾ ਸੀ। ਉਸ ਤੋਂ ਬਾਅਦ ਉਹਦੀ ਅਖਬਾਰ 'ਚ 1-2 ਜ਼ਿੰਮੇਵਾਰੀ ਵੀ ਹੈ ਸ਼ਾਇਦ ਉਹਨੇ ਲੈ ਚੁੱਕਿਆ ਸੀ ਜੀ। ਹੋਰ ਕਿਹੜੇ ਐਕਸ਼ਨ ਜਿਹੜੇ ਸੀ ਉਹ ਤੁਹਾਡੇ ਭਰਾ ਸ਼ਹੀਦ ਭਾਈ ਸਲਵਿੰਦਰ ਸਿੰਘ ਸ਼ਿੰਦਾ ਨੇ ਕੀਤੇ? ਹਾਂਜੀ ਬਹੁਤ ਕੀਤੇ ਗਏ ਆ। ਇੱਥੇ ਮੁਕਾਬਲੇ 'ਚ ਵੀ ਇੱਕ ਆਪਣੇ ਮੁਕਾਬਲਾ ਵੀ ਇੱਥੇ ਜੀ ਹੋਇਆ ਆਪਣੇ ਢੋਲਣ ਜੀ। ਉਦੋਂ ਵੀ ਢੋਲਣ ਤੇ ਪਹਿਲੋਂ ਉਦੋਂ ਵੀ ਸਾਡੇ ਭਰਾ ਦਾ ਵਾਈ ਆ ਗਈ ਸੀ ਵੀ ਇਹ ਸ਼ਹੀਦ ਹੋ ਚੁੱਕਿਆ ਹੈ। ਅੱਛਾ ਉਸ ਮੁਕਾਬਲੇ 'ਚ ਵੀ ਉਸ ਢੋਲਣ ਪਿੰਡ ਹਾਂਜੀ ਹੋਇਆ ਸੀ ਜੀ। ਇੱਥੋਂ ਕਿੰਨੀ ਦੂਰ ਪੈਂਦਾ ਕਾਲੀਆਂ ਸਕੱਤਰਾਂ ਤੋਂ? ਇੱਥੋਂ 1.5 ਕਿਲੋਮੀਟਰ ਪੈਂਦਾ ਜੀ। ਅੱਛਾ ਉੱਥੇ ਬੜਾ ਤਕੜਾ ਮੁਕਾਬਲਾ ਹੋਇਆ ਸੀ ਤੇ ਉਹਦੇ ਵਿੱਚ ਵੀ 4-5 ਸ਼ਹੀਦ ਆਪਣੇ ਹੋਏ ਸੀ ਜੀ।
ਤੇ ਇਹ ਮੁਕਾਬਲੇ ਕਰਦੇ ਫਿਰ ਇਹ ਬਚ ਕੇ ਤੇ ਆ ਗਏ ਸੀ ਜੀ, ਨਿਕਲ ਆਏ। ਢੋਲਣ ਪਿੰਡ ਤੁਸੀਂ ਜ਼ਿਕਰ ਕੀਤਾ ਮੁਕਾਬਲੇ ਦਾ, ਹਾਂਜੀ। ਉਸ ਕਿਹੜੇ ਸਿੰਘ ਜਿਹੜੇ ਸ਼ਹੀਦ ਹੋਏ ਸੀਗੇ? ਉਹਦੇ ਵਿੱਚ ਜੀ ਭਾਈ ਸ਼ਿੰਦਰ ਸਿੰਘ ਇੱਕ ਸੰਗਤਰੇ ਦਾ ਹੋਇਆ ਜੀ। ਭਾਈ ਸ਼ਿੰਦਰ ਸਿੰਘ ਹਾਂਜੀ, ਪਹਿਲੋਂ ਬਾਈ ਸਾਡੇ ਭਰਾ ਦੀ ਆਉਂਦੀ ਸੀ ਵੀ ਇਹ ਸ਼ਹੀਦ ਹੋ ਚੁੱਕਾ, ਅਸੀਂ ਚਲੋ ਵੀ ਰੋ ਪੇੜੇ ਵੀ ਸਾਡਾ ਆਹ ਕੰਮ ਬਣ ਗਿਆ, ਕਿਸ ਤਰ੍ਹਾਂ ਨਹੀਂ ਗਿਆ ਸਾਡੇ ਤੇ ਬਾਅਦ ਉਸ ਤੋਂ 10 ਮਿੰਟ ਬਾਅਦ ਪਤਾ ਲੱਗਾ ਵੀ ਉਹ ਸ਼ਿੰਦਰ ਸਿੰਘ ਆਪਣਾ ਸੰਗਤਰੇ ਦਾ ਉਹ ਸ਼ਹੀਦ ਹੋਇਆ। ਜਿਹੜੇ ਉਹ ਨਾਂ ਮਿਲਦਾ ਸੀ? ਹਾਂਜੀ, ਨਾਂ ਮਿਲਦਾ ਸੀ। ਉਹਦਾ ਨਾਂ ਸ਼ਿੰਦਰ ਸਿੰਘ, ਇਹਦਾ ਨਾਂ ਸਲਵਿੰਦਰ ਸਿੰਘ ਸੀ। ਉਹ ਨਾਂ ਮਿਲਦੇ ਕਰਕੇ ਪਰ ਹੈਗਾ ਇਹ ਸੀ, ਉਹ ਵੀ ਇਸ ਮੁਕਾਬਲੇ ਦੇ ਵਿੱਚ ਸੀ। ਜਿਹੜਾ ਢੋਲਣ ਤੁਸੀਂ ਮੁਕਾਬਲੇ ਦੀ ਗੱਲ ਕੀਤੀ ਹੈ, ਪੁਲਿਸ ਮੁਕਾਬਲਾ ਸੀ, ਹਾਂਜੀ। ਉਹ 'ਚ ਕਿੰਨੇ ਸਿੰਘ ਸ਼ਹੀਦ ਹੋਏ ਸੀ? ਉਹਦੇ ਵਿੱਚ ਜੀ 4 ਆਪਣੇ ਸ਼ਹੀਦ ਹੋਏ ਸੀ ਜੀ। ਤੁਹਾਡੇ ਪਿੰਡ ਦਾ ਕਿੰਨੇ? ਇੱਕ ਭਈ ਆਪਣਾ ਸ਼ਿੰਦਰ ਸਿੰਘ ਹੋਇਆ ਹੈ ਜੀ। ਸ਼ਿੰਦਰ ਸਿੰਘ ਹੋਇਆ। ਹਾਂਜੀ ਹਾਂਜੀ। ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਸਾਡਾ ਤਾਂ ਉਹ ਭਰਾ ਹਾਂਜੀ। ਨਹੀਂ, ਉਹ ਬਚਿਆ ਹੋਇਆ, ਹਾਂਜੀ ਫਿਰ ਉਸ ਤੋਂ ਬਾਅਦ ਆਪਣੇ ਭਰਾ ਨੂੰ ਮਿਲੇ? ਹਾਂਜੀ, ਉਸ ਤੋਂ ਬਾਅਦ ਮਿਲੇ ਜੀ। ਉਸ ਰਾਤ ਬਾਅਦ ਅਸੀਂ ਰਾਤ ਨੂੰ ਸਾਨੂੰ ਮਿਲਣ ਵਾਸਤੇ ਆਏ ਆ ਵੀ ਮੈਂ ਤਾਂ ਜਿਉਂਦਾ। ਮੈਂ ਤਾਂ ਜਿਉਂਦਾ। ਉਸ ਤੋਂ ਬਾਅਦ ਪਤਾ ਚੱਲ ਗਿਆ ਸੀ ਵੀ ਉਹ ਸ਼ਿੰਦਰ ਸਿੰਘ ਸ਼ਹੀਦ ਵੀ ਉਹ ਹੋ ਗਿਆ, ਉਹ ਨਾਂ ਦਾ ਥੋੜਾ ਰਲਦਾ ਕਰਕੇ ਇਸ ਕਰਕੇ ਦੇ ਵਿੱਚ ਹੋ ਗਿਆ ਸੀ। ਹੋਰ ਜਿਹੜੇ ਕੋਈ ਹੋਰ ਐਕਸ਼ਨ ਇਸ ਤੋਂ ਬਿਨਾਂ, ਇੱਕ ਉਹ ਪੁਲਿਸ ਮੁਕਾਬਲੇ 'ਚੋਂ ਬਚ ਜਾਣਾ, ਹਾਂਜੀ ਇੱਕ CRP ਦੀ ਗੱਡੀ ਨੂੰ ਬੰਬ ਬਲਾਸਟ ਕਰ ਦੇਣਾ, ਹਾਂਜੀ। ਇਸ ਤੋਂ ਇਲਾਵਾ ਕੋਈ ਹੋਰ ਐਕਸ਼ਨ ਜਿਹੜੇ ਕੋਈ ਯਾਦ ਹੋਣ? ਹੋਰ ਜੀ ਯਾਦ ਮੈਂ ਤਾਂ ਚਲੋ ਜਿੰਨੇ ਸਾਡਾ ਬਾਪ ਦੱਸਦਾ ਹੁੰਦਾ ਸੀ ਮੈਂ ਤਾਂ ਉਹਨਾਂ ਵੀ ਸੁਣਿਆ ਤੇ ਬਹੁਤ ਐਕਸ਼ਨ ਤਾਂ ਹੁਣ ਗੁਪਤਗੂ ਤਾਂ ਬਹੁਤ ਕਰਦੇ ਰਹੇ ਆ ਤੇ ਪਰ ਜਿਹੜਾ ਇਸ ਲਈ ਮੇਰੇ ਬਾਪ ਨੇ ਦੱਸਿਆ ਵੀ ਆਹ ਕੀਤਾ, ਕਿਉਂਕਿ ਉਦੋਂ ਮੈਂ 5ਵੀਂ 6ਵੀਂ 'ਚ ਪੜ੍ਹਿਆ, ਮੈਂ ਖੁਦ ਅਖਬਾਰ ਵੀ ਆਪਣੀ ਪੜ੍ਹ ਚੁੱਕਿਆ ਹੈ, ਜਿਸ ਤੇ ਸਾਡੇ ਭਰਾ ਦੀ ਜ਼ਿੰਮੇਵਾਰੀ ਆਈ ਸੀ ਜੀ ਵੀ ਏਰੀਆ ਕਮਾਂਡਰ। ਅਖਬਾਰਾਂ ਗਵਾਹੀ ਦਿੰਦੀਆਂ? ਹਾਂਜੀ ਅਖਬਾਰਾਂ, ਹਾਂਜੀ ਉਹ ਅਖਬਾਰ ਹੁਣ ਗਵਾਚ ਗਈ ਕਿਸ ਤਰ੍ਹਾਂ ਨਹੀਂ, ਵੀ ਉਹ ਮੈਂ ਖੁਦ 5ਵੀਂ 6ਵੀਂ 'ਚ ਕਲਾਸ ਦੇ ਵਿੱਚ ਮੈਂ ਖੁਦ ਪੜ੍ਹਦਾ ਰਿਹਾ ਜੀ ਉਹਨਾਂ ਦੀ ਜ਼ਿੰਮੇਵਾਰੀ। ਹਾਂਜੀ। ਫਿਰ ਆਖਰੀ ਸਮਾਂ ਤੁਹਾਡੇ ਭਰਾ ਦਾ, ਉਹਦੀ ਜਿਹੜੀ ਸ਼ਹਾਦਤ ਹੈ, ਸ਼ਹੀਦੀ ਹੈ, ਹਾਂਜੀ। ਸਲਵਿੰਦਰ ਸਿੰਘ ਸ਼ਿੰਦਾ ਦੀ ਸ਼ਹੀਦੀ ਕਿੱਥੇ ਹੁੰਦੀ ਹੈ? ਇਹਨਾਂ ਜੀ ਦੀ ਸ਼ਹੀਦੀ ਆਪਣਾ ਇਹ ਗਿਆ ਜੀ ਦੀਵਾਲੀ ਤੇ ਦਰਬਾਰ ਸਾਹਿਬ ਮੱਥਾ ਟੇਕਣ ਜੀ। ਦੀਵਾਲੀ ਤੇ? ਹਾਂਜੀ। ਕਿਹੜੇ ਸੰਨ ਦੀ ਗੱਲ ਹੈ? ਇਹ ਜੀ ਆਪਣੇ 99 ਦੀ ਗੱਲ ਹੋਣੀ ਹੈ ਜੀ। 1999? ਹਾਂਜੀ। ਤੇ ਉੱਥੇ CID ਇਹਨਾਂ ਦੀ ਹੋ ਜਾਂਦੀ ਹੈ ਜੀ, ਮੁਖਬਰੀ ਹੋ ਜਾਂਦੀ? ਮੁਖਬਰੀ ਹੋ ਜਾਂਦੀ ਹੈ ਵੀ ਇਹ ਸਿੰਘ ਗਿਆ ਕਿਸ ਤਰ੍ਹਾਂ ਨਹੀਂ ਗਿਆ। ਉਸ ਤੋਂ ਬਾਅਦ ਉਹ ਕੋਈ ਨਾਲ ਸਿੰਘ ਹੋਰ ਕਿਹੜੇ ਸੀ ਉਸ ਵਕਤ? ਉਸ ਸਮੇਂ ਆਪਣੇ 2-3 ਆਪਣੇ ਮੁੰਡੇ ਸੁਰ ਸਿੰਘ ਦੇ ਹੈਗੇ ਸੀ ਜੀ। ਸੁਰ ਸਿੰਘ ਤੋਂ? ਹਾਂਜੀ। ਇੱਕ ਪੁੱਚਰ ਦਾ ਹੈ ਜੀ। ਅੱਛਾ। ਤੇ 2 ਸੁਰ ਸਿੰਘ ਦੇ ਸੀ ਜੀ। ਜਿਹੜੀ 4-5 ਜਣੇ? 4-5 ਜਣੇ ਸੀ ਜੀ। ਹਾਂਜੀ। ਦਰਬਾਰ ਸਾਹਿਬ ਗਏ ਮੱਥਾ? ਦਰਬਾਰ ਸਾਹਿਬ ਮੱਥਾ ਟੇਕਣ ਬਾਅਦ ਤੇ ਉਸ ਤੋਂ ਬਾਅਦ ਪੁਲਿਸ ਨੇ ਫਿਰ ਉਹਨਾਂ ਦੇ ਤਸ਼ੱਦਦ ਵੀ ਸ਼ੁਰੂ ਕਰ ਕੋਈ ਦਿੱਤਾ। ਹਥਿਆਰ ਨਹੀਂ ਸੀ ਉਸ ਵਕਤ ਇਹਨਾਂ ਕੋਲ? ਉਹਨਾਂ ਉਸ ਵਕਤ ਨਹੀਂ, ਦਰਬਾਰ ਸਾਹਿਬ ਨਿਹੱਥੇ ਸੀ? ਨਿਹੱਥੇ ਸੀ, ਹਥਿਆਰ ਕੋਈ ਨਹੀਂ ਸੀ। ਉੱਥੋਂ ਇਹਨਾਂ ਨੂੰ ਪੁਲਿਸ ਚੁੱਕ ਲੈਂਦੀ ਹੈ? ਪੁਲਿਸ ਚੁੱਕ ਲੈਂਦੀ ਹੈ ਜੀ। ਉਸ ਤੋਂ ਬਾਅਦ? ਉਸ ਤੋਂ ਬਾਅਦ ਪੁਲਿਸ ਚੁੱਕਣ ਤੋਂ ਬਾਅਦ ਮੁੜ ਕੇ ਆਪਣਾ ਸਦਰ ਅੰਮ੍ਰਿਤਸਰ ਥਾਣਾ ਜੀ, ਉਸ ਤੇ ਲੈ ਜਾਂਦੀ। ਉਸ ਤੋਂ ਬਾਅਦ ਉਸ ਨੇ ਤਸ਼ੱਦਦ ਕਰਦੇ ਆ, ਬੜਾ ਕੁਛ ਕਰਦੇ ਆ ਉਹਦੇ ਨਾਲ ਵੀ ਤੂੰ ਕਿਹੜੇ ਪਿੰਡ ਦਾ ਕਿਹੜਾ ਨਹੀਂ। ਉਹਨੇ ਅਜੇ ਤੱਕ ਆਪਣੇ ਪਿੰਡ ਦਾ ਨਾਂ ਨਹੀਂ ਗਾ ਦੱਸਿਆ ਵੀ ਮੇਰਾ ਪਿੰਡ ਕਾਲੀਆ ਜੀ। ਪੁਲਿਸ ਦਾ ਤਸ਼ੱਦਦ ਆਪਦੇ ਸਰੀਰ ਤੇ ਉਹ ਚੱਲਦਾ ਰਿਹਾ, ਪਰ ਆਪਦੇ ਵੀ ਪਿੰਡ ਦਾ ਨਾਂ ਨਹੀਂ ਗਾ ਉਹਨੇ ਦੱਸਿਆ ਵੀ ਮੇਰਾ ਪਿੰਡ ਕਾਲੀਆ, ਮੈਂ ਉੱਥੋਂ ਦਾ ਰਹਿਣ ਵਾਲਾ ਆ ਹੈ ਬਸ। ਜਿਹੜੇ ਉਸ ਵਕਤ ਪੁਲਿਸ ਪਾਰਟੀ ਨੇ ਚੁੱਕਿਆ ਸੀ ਜਿਨ੍ਹਾਂ ਨੇ, ਹਾਂਜੀ। ਕੁਛ ਉਹਨਾਂ ਅਫਸਰਾਂ ਦੇ ਨਾਮ ਯਾਦ ਹੈ ਜਿਨ੍ਹਾਂ ਨੇ ਤਸ਼ੱਦਦ ਢਾਇਆ? ਨਹੀਂ ਜੀ, ਅਫਸਰਾਂ ਦੇ ਨਾਂ ਨਹੀਂ ਯਾਦ ਨਹੀਂ? ਨਹੀਂ ਯਾਦ ਨਹੀਂ। ਤੁਹਾਨੂੰ ਇੰਨਾ ਪਤਾ ਲੱਗਿਆ ਵੀ ਸਾਡਾ ਭਰਾ ਚੁੱਕ ਲਿਆ? ਹਾਂਜੀ, ਚੁੱਕ ਲਿਆ। ਔਰ ਅੰਮ੍ਰਿਤਸਰ ਤੋਂ ਉਹਨੂੰ ਗ੍ਰਿਫਤਾਰ ਕੀਤਾ? ਹਾਂਜੀ। ਉਸ ਤੋਂ ਬਾਅਦ ਉਹਨੂੰ ਗੁੰਮ ਕਰਤਾ, ਤਸ਼ੱਦਦ ਕੀਤਾ ਉਹਦੇ ਤੇ? ਤਸ਼ੱਦਦ ਕੀਤਾ ਜੀ। ਮਤਲਬ ਫਿਰ ਜਿਹੜਾ ਤਸ਼ੱਦਦ ਦੀ ਜਿਹੜੀ ਗੱਲ ਹੈ, ਹਾਂਜੀ। ਤੁਹਾਡੇ ਤੱਕ ਕਿਵੇਂ ਪਹੁੰਚਦੀ ਹੈ? ਇਹ ਜੀ ਜਿਹੜਾ ਕੋਈ ਬੰਦਾ ਵੀ ਜਾਂਦੇ ਸੀ ਉੱਥੇ ਪਿੱਛੇ ਵੀ ਸਾਨੂੰ ਤਾਂ ਅਸੀਂ ਤਾਂ ਨਿੱਕੇ ਛੋਟੇ ਹਾਂ, ਬੱਚਾ ਹੈ ਮੈਂ ਹੀ ਉਦੋਂ, ਤੇ ਉਦੋਂ ਵੀ ਜਿਹੜੇ ਸੁਰ ਸਿੰਘ ਦਾ ਮੁੰਡੇ ਨਾਲ ਹੀ ਉਹ ਮਗਰ ਵੀ ਪੈਰਵਾਈ ਕਰਦੇ ਸੀ ਵੀ ਕਿਸ ਤਰ੍ਹਾਂ ਨਹੀਂ ਬੰਦੇ ਨੂੰ ਅਸੀਂ ਛਡਾ ਲਈਏ ਜਾਂ ਕਿਸ ਤਰ੍ਹਾਂ ਨਹੀਂ ਗੇ।
ਤੇ ਜਾਂ ਆਪਣਾ ਉਹਨਾਂ ਦੇ ਨਾਲ ਥਰੂ ਮੁੜ ਕੇ ਉਹ ਦੱਸਦੇ ਸੀ ਆਣ ਕੇ ਵੀ ਆਹ ਗੱਲ ਆ ਇਸ ਤਰ੍ਹਾਂ ਹੋ ਗਈ ਆ ਇਸ ਤਰ੍ਹਾਂ ਹੋ ਗਈ। ਜਿਹੜੀ ਉਹ ਜਿਹੜੇ ਬਾਕੀ ਸਿੰਘ ਸੀਗੇ ਉਹਨਾਂ ਦੇ ਪਰਿਵਾਰ ਪੈਰਵਾਈ ਕਰਦੇ ਸੀ, ਹਾਂਜੀ ਉਹ ਪੈਰਵਾਈ ਦੇ ਹਾਂਜੀ। ਦੌਰਾਨ ਹੀ ਤੁਹਾਨੂੰ ਪਤਾ ਚੱਲਿਆ ਹਾਂਜੀ ਹਾਂਜੀ ਵੀ ਇਸ ਤਰ੍ਹਾਂ ਕਰਕੇ ਤਸ਼ੱਦਦ ਉਹਦੇ ਤੇ ਹਾਂਜੀ ਪੁਲਿਸ ਉਹ ਢਾਹ ਰਹੀ। ਤਸ਼ੱਦਦ ਜਿਹੜੇ ਦੂਜੇ ਬੰਦੇ ਸੀ ਉਹ ਨਾਲੋਂ ਇੱਕ ਬੰਦਾ ਵਗਦਾ ਸੀ ਵੀ ਇਹ ਏਰੀਆ ਕਮਾਂਡਰ ਆ। ਅੱਛਾ ਨਾਲ ਦੇ ਹਾਂ ਉਹ ਤਾਂ ਨਹੀਂ ਗਾ ਇਸ ਕਰਕੇ ਹੋਇਆ ਵੀ ਉਹ ਆਂਦੇ ਵੀ ਇਹ ਏਰੀਆ ਕਮਾਂਡਰ ਇਹ ਬੰਦਾ ਅੱਤਵਾਦੀ ਵੀ ਬਹੁਤ ਹੈਵੀ ਆ ਤੇ ਵੀ ਨਹੀਂ ਗਾ ਅਸੀਂ ਇਹ ਕਰ ਸਕਦੇ ਕਿਸ ਤਰ੍ਹਾਂ ਨਹੀਂ ਗਾ। ਉਹਦੇ ਕਰਕੇ ਫਿਰ ਇਹਨੂੰ ਕੁੱਟਦੇ ਰਹੇ ਆ ਵੀ ਤੂੰ ਦੱਸ ਪਿੰਡ ਕਿਹੜਾ ਤੇਰਾ, ਤੂੰ ਕਿੱਥੋਂ ਆ। ਉਸ ਟਾਈਮ ਜੀ ਫਿਰ ਤਾਂ ਜਿੱਥੇ ਜਿੱਥੇ ਜਾਂਦਾ ਅਸੀਂ ਕਿਸੇ ਭੈਣ ਭਰਾ ਕੋਲ ਜਾਂ ਜਿਨ੍ਹਾਂ ਦੇ ਘਰ ਅੰਨ ਪਾਣੀ ਗੱਫਾ ਪਾਣੀ ਛਕਦੇ ਸੀ ਉਹ ਵੀ ਘਰ ਖਾਲੀ ਹੋ ਗਏ ਸੀ ਵੀ ਸ਼ਿੰਦਾ ਵੀ ਫੜਿਆ ਗਿਆ। ਅੱਛਾ ਉਹ ਘਰਾਂ ਚੋਂ ਚਲੇ ਚਲੇ ਗਏ ਸੀ ਵੀ ਉਹਨੇ ਲੈ ਕੇ ਤੇ ਆ ਜਾਣਾ ਪੁਲਿਸ ਨੂੰ। ਤੁਹਾਡੇ ਪਰਿਵਾਰ ਦੇ ਜਿਹੜੇ ਹਾਂ ਮੈਂਬਰ ਜਿਹਨੂੰ ਸੀ। ਜੋ ਵੀ ਜਿੱਧਰ ਵੀ ਕਿਸੇ ਦੇ ਭੈਣ ਭਰਾ ਦੇ ਕਿਤੇ ਵੀ ਸੀ ਉਹ ਮੁੜ ਕੇ ਘਰ ਵੀ ਛੱਡ ਕੇ ਚਲੇ ਗਏ ਸੀ ਵੀ ਉਹ ਭਾਈ ਸਲਵਿੰਦਰ ਸਿੰਘ ਫੜਿਆ ਗਿਆ ਤੇ ਉਹਨੂੰ ਜਦੋਂ ਵੀ ਤਸ਼ੱਦਦ ਕੀਤਾ ਉਹਨੇ ਲੈ ਕੇ ਆਉਣਾ ਵੀ ਮੈਂ ਰਹਿੰਦਾ ਰਿਹਾ ਕਿੱਥੇ ਨਹੀਂ ਹੈ ਮੈਂ ਸਾਰਾ ਵੀ ਉਹਨੇ ਬਗਣਾ। ਪਰ ਉਹਨੇ ਇਸ ਗੱਲ ਤੇ ਧਰਮ ਤੇ ਸਾਡੇ ਭਰਾ ਸਾਨੂੰ ਬਹੁਤ ਮਾਣ ਆ ਵੀ ਜਿਹੜੇ ਸਾਡੇ ਭਰਾ ਨੇ ਇੰਨੇ ਤਸ਼ੱਦਦ ਝੱਲਦਿਆਂ ਹੀ ਹੋਇਆ ਕਿਸੇ ਦੇ ਘਰ ਨਹੀਂ ਗਾ ਲੈ ਕੇ ਆਇਆ, ਆਪਣੀ ਸਰੀਰ ਦੇ ਨਾਲ ਹੰਢਾ ਗਿਆ। ਤੇ ਸਾਨੂੰ ਬਹੁਤ ਮਾਣ ਹੁੰਦਾ ਕਿ ਸਾਡੇ ਭਰਾ ਨੇ ਇੱਕ ਕੌਮ ਦੀ ਸੇਵਾ ਲਈ ਇਸ ਸੰਘਰਸ਼ ਵਿੱਚ ਯੋਗਦਾਨ ਪਾਇਆ। ਸੁਣਿਆ ਤੁਸੀਂ ਸ਼ਹੀਦ ਭਾਈ ਸਲਵਿੰਦਰ ਸਿੰਘ ਸਿੰਧਾ ਦੇ ਸਕੇ ਭਰਾ ਭਾਈ ਜਸਵੰਤ ਸਿੰਘ ਜੋ ਮੇਰੇ ਨਾਲ ਬੈਠੇ ਨੇ, ਉਹ ਕਹਿੰਦੇ ਸਾਨੂੰ ਫਖਰ ਹੈ, ਮਾਣ ਹੈ ਸਾਡੇ ਉਸ ਸ਼ਹੀਦ ਭਰਾ ਦੇ ਉੱਪਰ, ਕਿਉਂਕਿ ਉਹਨੇ ਕੌਮੀ ਜਿਹੜਾ ਸੰਘਰਸ਼ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ, ਆਪਣੀ ਕੁਰਬਾਨੀ ਕੀਤੀ, ਆਪਣਾ ਸਰੀਰ ਵਾਰਿਆ, ਆਪਣੇ ਸਰੀਰ 'ਤੇ ਤਸ਼ੱਦਦ ਸਹਿਆ। ਕਹਿੰਦੇ ਇਸ ਗੱਲ ਦਾ ਵੀ ਸਾਨੂੰ ਫਖਰ ਹੈ ਤੇ ਸਾਰੀ ਉਮਰ ਕਹਿੰਦੇ ਸਾਨੂੰ ਇਹ ਮਾਣ ਰਹੇਗਾ ਆਪਣੇ ਉਸ ਸ਼ਹੀਦ ਭਰਾ ਦੇ ਉੱਪਰ ਕਿ ਉਹਨੇ ਕਿਸੇ ਦਾ ਵੀ ਨਾਂ ਤੱਕ ਨਹੀਂ ਲਿਆ, ਸਿੰਘ ਦਾ ਨਾਲ ਦਾ ਕੋਈ ਸਿੰਘ ਨਹੀਂ ਫੜਾਇਆ। ਇੱਥੋਂ ਤੱਕ ਪੁਲਿਸ ਉਹ ਤੋਂ ਇਹ ਨਾ ਜਾਣ ਸਕੀ, ਪੁੱਛ ਸਕੀ ਕਿ ਤੇਰਾ ਪਿੰਡ ਕਿਹੜਾ ਹੈ। ਇੰਨਾ ਉਹਨੇ ਟੌਰਚਰ ਆਪਣੇ ਆਪ 'ਤੇ ਸਹਿਆ, ਇੰਨਾ ਤਸ਼ੱਦਦ ਪੁਲਿਸ ਨੇ ਕਿੰਨਾ ਢਾਇਆ ਹੋਏਗਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਵਾਰੀ ਜਿਸ ਬੰਦੇ ਨੂੰ ਇਹ ਪੁੱਛਿਆ ਜਾਵੇ ਕਿ ਤੇਰਾ ਪਿੰਡ ਕਿਹੜਾ ਹੈ ਤੇ ਅੱਗੋਂ ਆ ਪਿੰਡ ਨਾ ਦੱਸੇ ਉਹ ਕਿ ਮੇਰਾ ਪਿੰਡ ਕਾਲੀਆਂ ਸਕੱਤਰਾਂ ਹੈ, ਕਿੱਡਾ ਕੁ ਸਿਦਕੀ, ਕਿੱਡਾ ਕੁ ਦ੍ਰਿੜ ਇਰਾਦੇ ਵਾਲਾ ਔਰ ਕਿੱਡਾ ਕੁ ਦਲੇਰ ਹੋ ਸਕਦਾ ਹੈ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਇਸ ਬਾਤ ਦਾ ਮਾਣ ਕਰਦੇ ਹੋ ਵੀ ਸਾਡਾ ਭਰਾ ਸ਼ਹੀਦ ਹੋਇਆ। ਬਹੁਤ ਮਾਣ ਕਰਦੇ ਆ ਜੋ ਆਪਣੇ ਭਰਾ ਦੇ ਉੱਤੇ। ਫਖਰ ਹੈ। ਹਾਂ ਬਹੁਤ ਫਖਰ ਹੈ। ਮਹਾਰਾਜ ਉਹਦੇ ਸੁਰਗਾਂ 'ਚ ਵਾਸਾ ਹੋਵੇ। ਸ਼ਹੀਦ ਤਾਂ ਸਦਾ ਜਿਹੜੇ ਜਿਉਂਦੇ ਆ ਜੀ। ਇਹ ਕੌਮਾਂ ਕਹਿੰਦੀਆਂ ਨੇ ਔਰ ਇਹ ਸਾਡੀਆਂ ਲਿਖਤਾਂ ਵੀ ਕਹਿੰਦੀਆਂ ਨੇ, ਜਦੋਂ ਤੁਹਾਡੇ ਭਰਾ 'ਤੇ ਤਸ਼ੱਦਦ ਢਾਇਆ ਗਿਆ ਹਾਂਜੀ ਉਸ ਤੋਂ ਬਾਅਦ ਉਹਦੀ ਸ਼ਹੀਦੀ ਹੁੰਦੀ ਹੈ ਜਾਂ ਕੋਈ ਪੁਲਿਸ ਮੁਕਾਬਲਾ ਬਣਾਉਂਦੀ ਹੈ ਝੂਠਾ? ਹਾਂਜੀ ਇਹ ਜੀ ਆਪਣਾ ਇਹਨਾਂ ਦਾ ਮੁਕਾਬਲਾ ਸੁਲਤਾਨਵਿੰਡ ਵਾਲੀਆਂ ਨਹਿਰਾਂ ਤੇ ਅੰਮ੍ਰਿਤਸਰ ਮੁਕਾਬਲਾ ਬਣਾ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਝੂਠਾ? ਹਾਂਜੀ ਝੂਠਾ ਜੀ। ਜਦ ਕਿ ਤੁਹਾਡੇ ਦੱਸਣ ਦੇ ਮੁਤਾਬਕ ਵੀ ਪੁਲਿਸ ਨੇ ਤਸ਼ੱਦਦ ਕਰਕੇ ਹੀ ਇਹਨਾਂ ਨੂੰ ਖਤਮ ਕਰਤਾ। ਹਾਂਜੀ ਤਸ਼ੱਦਦ ਕਰਕੇ ਖਤਮ ਕਰਤਾ। ਉਸ ਤੋਂ ਬਾਅਦ ਇਹਨਾਂ ਨੇ ਮੁੜ ਕੇ 3-4 ਮੁੰਡੇ ਨਾਲ ਇਹਨਾਂ ਦੇ ਹੋਰ ਸੀ ਜੀ, ਇਹਨਾਂ ਨੂੰ ਸੁਲਤਾਨਵਿੰਡ ਵਾਲੀਆਂ ਨਹਿਰਾਂ ਤੇ ਵੀ ਸ਼ਹੀਦ ਕੀਤਾ ਗਿਆ ਜੀ, ਮੁਕਾਬਲਾ ਬਣਾ ਕੇ ਝੂਠਾ ਮੁਕਾਬਲਾ ਬਣਾਤਾ। ਹਾਂਜੀ। ਫਿਰ ਤੁਸੀਂ ਅਖਬਾਰ 'ਚ ਦੇਖਿਆ ਉਹ ਜਾਂ ਤੁਹਾਨੂੰ ਖਬਰ ਪਹੁੰਚੀ? ਨਹੀਂ ਜੀ ਸਾਨੂੰ ਖਬਰ ਹੀ ਪਹੁੰਚੀ, ਅਖਬਾਰ 'ਚ ਤਾਂ ਕੀ ਪਹੁੰਚਣੀ ਸੀ ਜੀ ਅਖਬਾਰ। ਸਾਨੂੰ ਸਿਰਫ ਜਿਹੜੇ ਆਪਣੇ ਸੁਰ ਸਿੰਘ ਦੇ ਜਾਂ ਇੱਕ ਪੁੱਚਰ ਦਾ ਮੁੰਡਾ ਸੀ ਉਹਨਾਂ ਪਰਿਵਾਰ ਗਿਆ, ਉਹਨਾਂ ਸਾਨੂੰ ਦੱਸਿਆ ਵੀ ਆ ਹੈਗੇ ਤੇ ਇੱਕ ਜਿਹੜੇ ਉਦੋਂ ਖਾੜਕੂ ਆਪਣੇ ਸਿੰਘ ਹੈਗੇ ਸੀ ਉਹਨਾਂ ਨੇ ਜਾਂ ਸਾਨੂੰ ਸਵੇਰੇ ਨੇ ਪਤਾ ਦਿੱਤਾ ਵੀ ਇਸ ਤਰ੍ਹਾਂ ਵੀ ਉਸ ਨੂੰ ਸ਼ਹੀਦ ਕੀਤਾ ਤੁਹਾਡਾ ਗਿਆ। ਭਰਾ ਸ਼ਹੀਦ ਕਰ? ਹਾਂਜੀ ਉਦੋਂ ਭਾਈ ਬਗੀਚਾ ਸਿੰਘ ਖਾਲਸਾ ਵੀ ਇਸ ਤੋਂ ਬਾਅਦ ਸ਼ਹੀਦ ਹੁੰਦੇ, ਪਹਿਲੋਂ ਭਾਈ ਸਲਵਿੰਦਰ ਸਿੰਘ ਹੁੰਦੇ ਆ ਜੀ। ਇਹ ਮੁੜ ਕੇ ਪਾਰਟੀ ਵਾਲਿਆਂ ਨੇ ਬਾਅਦ 'ਚ ਦੱਸਿਆ ਵੀ ਉਹਦਾ ਵੀ ਇਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੀ। ਨਹਿਰਾਂ ਦੇ ਉੱਪਰ ਝੂਠਾ ਹਾਂਜੀ ਮੁਕਾਬਲਾ ਝੂਠਾ ਬਣਿਆ। ਮੁਕਾਬਲਾ ਬਣਾਇਆ। ਸੁਲਤਾਨਵਿੰਡ ਵਾਲੀਆਂ ਨਹਿਰਾਂ ਤੇ ਝੂਠਾ ਮੁਕਾਬਲਾ ਬਣਾਇਆ ਪੰਜਾਬ ਪੁਲਿਸ ਨੇ
ਤਸ਼ੱਦਦ ਕਰ ਕੇ ਉਹਨਾਂ ਨੂੰ ਮਾਰਿਆ ਗਿਆ, ਤੁਸੀਂ ਸੁਣਿਆ। ਪਰ ਫਿਰ ਇੱਕ ਫੇਕ ਇਨਕਾਊਂਟਰ ਹੋ ਜਾਂਦਾ ਹੈ। ਇੱਕ ਨਹੀਂ, ਪਤਾ ਨਹੀਂ ਐਸੇ ਫੇਕ ਇਨਕਾਊਂਟਰ ਕਿੰਨੇ ਹਜ਼ਾਰਾਂ ਹੀ ਹੋਏ, ਝੂਠੇ ਮੁਕਾਬਲੇ ਹੋਏ, ਆਏ ਦਿਨ ਹੁੰਦੇ ਸਨ। ਉਸ ਸਮੇਂ ਜਦੋਂ ਬੇਅੰਤ ਸਿੰਘ ਕਤਲकांड ਹੁੰਦਾ ਹੈ ਤਾਂ ਉਹ ਇੱਕ ਠੱਲ ਪੈਂਦੀ ਹੈ ਝੂਠੇ ਮੁਕਾਬਲਿਆਂ ਨੂੰ। ਬੇਅੰਤ ਸਿੰਘ ਬੰਬ ਬਲਾਸਟ ਹੁੰਦਾ ਬੇਅੰਤ ਸਿੰਘ ਦੇ ਉੱਪਰ, ਜਿਹੜਾ ਮੁੱਖ ਮੰਤਰੀ ਸੀ ਪੰਜਾਬ ਦਾ। ਜਦੋਂ ਬੱਬਰ ਖਾਲਸਾ ਵੱਲੋਂ ਉਹਨੂੰ ਮਾਰ ਦਿੱਤਾ ਜਾਂਦਾ ਹੈ, ਉਹਦੇ 'ਤੇ ਬੰਬ ਬਲਾਸਟ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਸੀ ਠੱਲ ਪੈਂਦੀ ਹੈ ਝੂਠੇ ਮੁਕਾਬਲਿਆਂ ਨੂੰ ਪੰਜਾਬ ਪੁਲਿਸ ਵੱਲੋਂ, ਪੰਜਾਬ ਸਰਕਾਰ ਵੱਲੋਂ। ਨਹੀਂ ਤਾਂ ਇਹ ਝੂਠੇ ਮੁਕਾਬਲਿਆਂ ਦਾ ਦੌਰ ਆਏ ਦਿਨ ਚੱਲਦਾ ਸੀ। ਇੱਕ ਨਹੀਂ, 8 ਸਿੰਘਾਂ ਨੂੰ ਇੱਕੋ ਦਿਨ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਜਾਂਦਾ ਸੀ। ਅਸੀਂ ਨਹੀਂ ਕਹਿੰਦੇ, ਉਸ ਵਕਤ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਉਗਾਹੀ ਭਰਦੀਆਂ ਨੇ। ਇਹ ਸਾਰਾ ਕੁਝ ਡੇਅਰੀਵਾਲ ਮੁਕਾਬਲਾ ਹੁੰਦਾ ਹੈ। 8 ਲਾਸ਼ਾਂ ਅਜੀਤ ਅਖਬਾਰ ਦੇ ਵਿੱਚ ਆਇਆ ਸੀ, 8 ਲਾਸ਼ਾਂ ਸੜਕ ਦੇ ਉੱਪਰ ਪਈਆਂ ਸਨ ਤੇ ਕਹਿੰਦੇ ਸਨ ਇਹ ਮੁਕਾਬਲੇ ਦੇ ਵਿੱਚ ਸਿੰਘ ਮਾਰੇ ਗਏ। ਉਹ ਮੁਕਾਬਲਾ ਸੱਚਾ ਸੀ, ਉਹ ਮੁਕਾਬਲਾ ਝੂਠਾ ਸੀ। ਇਹ ਤਾਂ ਕੇਵਲ ਮੁਕਾਬਲਾ ਬਣਾਉਣ ਵਾਲੇ ਹੀ ਦੱਸ ਸਕਦੇ ਨੇ। ਪਰ ਜੋ ਅਖਬਾਰਾਂ ਦੀਆਂ ਸੁਰਖੀਆਂ ਨੇ ਉਹ ਇਹੀ ਕਹਿੰਦੀਆਂ ਸੀ ਕਿ ਇਹ ਮੁਕਾਬਲੇ ਝੂਠੇ ਸਨ। ਸੋ ਝੂਠੇ ਮੁਕਾਬਲੇ ਵਿੱਚ ਇਹਨਾਂ ਦੇ ਭਰਾ ਨੂੰ, ਸ਼ਹੀਦ ਭਾਈ ਸਲਵਿੰਦਰ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ, ਮਾਰ ਦਿੱਤਾ ਜਾਂਦਾ ਹੈ ਪੁਲਿਸ ਦੀ ਭਾਸ਼ਾ ਦੇ ਵਿੱਚ। ਅਤੇ ਪਰਿਵਾਰ ਨੂੰ ਬਾਅਦ ਦੇ ਵਿੱਚ ਆ ਕੇ ਖਾੜਕੂ ਸਿੰਘਾਂ ਵੱਲੋਂ ਜਾਂ ਜਥੇਬੰਦੀ ਵੱਲੋਂ ਇਹਨਾਂ ਦੇ ਪਰਿਵਾਰ ਤੱਕ ਖਬਰ ਪਹੁੰਚਾਈ ਜਾਂਦੀ ਹੈ ਕਿ ਤੁਹਾਡਾ ਜਿਹੜਾ ਭਰਾ ਹੈ ਉਹ ਸ਼ਹੀਦ ਕਰ ਦਿੱਤਾ ਗਿਆ ਹੈ। ਸੋ ਐਸਾ ਦੁੱਖ, ਐਸਾ ਸੰਤਾਪ ਇਹਨਾਂ ਤਮਾਮ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੇ, ਉਹਨਾਂ ਦੇ ਭਰਾਵਾਂ ਨੇ, ਬਜ਼ੁਰਗਾਂ ਨੇ, ਮਾਤਾਵਾਂ ਨੇ, तमाम रिश्तेदारां ने अपने तन और मन के उपर हंडौना किया। तुहाडा भरा शहीद होया, तुहानू फकर है हाँ जी कि वो कौम लई शहीद होया, हाँ जी सिख संघर्ष विच शहीद होया। हाँ जी कि तुहाडे भरा दी शहीदी तो बाद हाँ जी कोई धार्मिक संस्थावां, धार्मिक सोसाइटियां, साडे पंथ दीयां नुमाइंदा जथेबंदियां, चाहे श्रोमणी गुरुद्वारा प्रबंधक कमेटी है, कि किसी ने आके खबरसार लई इस शहीद परिवार दी? ना जी, साडी किसी ने नहीं सार लई, ना श्रोमणी कमेटी ने, ना किसी जथेबंदी ने। सिर्फ साडी माता दी वो भी एक दिमागी हालत खराब कारण, जदों दा भी साडा भरा वड्डा वो कमाउण वाला सी, वो भी इस काम के राह दे उत्ते चल पिया। उस तो बाद साडी मां नूं दिमागी हालत डिप्रैशन च चले गए। इन्हां दी डिप्रेशन जां उस तो बाद इन्हां दे भी दवा दारू वास्ते सानू भी एड खालसा लो माता दी दवा वास्ते सानू भी वो सहायता करदी। होर किहे जथेबंदी खालसा एड भाई रवि सिंह खालसा, हाँ जी, उन्होंने ने सिर्फ जी साडी माता दी सिर्फ दवाई दारू वास्ते भी ते 5-6 हज़ार रुपये दी इहदी दवा आउंदी है मेंटल हॉस्पिटलों जी, इन्हां दी माता दी। ते सिर्फ उन्होंने इन्हां दी भी सार ने उन्हां दी वो सानू सेवा इत्थे दिंदे। होर ना कि धर्म श्रोमणी कमेटी ने, ना होर किसी जथेबंदी ने साडी आण के कोई सार नहीं लई भी की ये तुहाडा हाल है। ते साडे कोल अद्धा किला एक पैली है जी। पहला भी अद्धा किला सी? हाँ जी, पहला भी अद्धा किला सी। वो भी साडी अद्धा किला पैली जी पहलों वगदी सी जी साडे थल्ले। वो साडे ते पई 40-50 साल तो वगदी सी पैली साडे थल्ले। वो भी साडे तो साडे प्यो नूं जिन्हां दी पैली हैगी सी, वो सरदार सी बंदे, उन्हां ने झूठे परचे करा के साडे तो, साडे बाप तो भी गूठे उन्होंने लवा के ते कब्जा उन्होंने पैली का साढ़े तो भी ले लिया। हुण साडे इस वक्त साडे कोल अद्धा किला पैली है। ते माता की दवा दारू वास्ते ये खालसा एड वाले सानू माता नूं सेवा दिंदे है जी। तुसीं की काम करदे हो? मैं जी सिर्फ दुकान है जी मेरे को करियाने की। करियाने दी दुकान? हाँ जी। पिंड दे विच? हाँ जी, पिंड दे विच। कालियां सकत्तरां? हाँ जी, कालियां सकत्तरां विच। होर जिहड़ा परिवार का गुजारा है वो किस तरह चलदा? हाँ जी, ये सिर्फ दुकान तो ही गुजारा साडा जी। कोई मदद किसी पासों आई नहीं? ना जी, अजे तक कोई साडे किसी पार्टी बाए किसी तो नहीं आई जी। सिर्फ सानू वो तुहानू कहा भी खालसा एड इनू माता नू दवा वास्ते पैसे वो देंदे है जी।
ਕਿੰਨੇ ਪੈਸੇ ਦਿੰਦੇ ਨੇ ਉਹ ਖਾਲਸਾ ਏਡ ਉਹ ਵਾਲੇ? ਉਹ ਜੀ ਇਹਨੂੰ 3000 ਰੁਪਈਆ ਦਿੰਦੇ ਆ ਜੀ। ਪੈਨਸ਼ਨ ਜਿਹਨੂੰ ਕਹਿੰਦੇ ਹਾਂ, ਪੈਨਸ਼ਨ, ਤਾਂ ਹਾਂਜੀ। ਨਹੀਂ ਹੋਈ ਮਾਤਾ ਜੀ? ਹਾਂਜੀ, ਉਹ ਵੀ 3-4 ਸਾਲ ਹੋ ਗਏ ਆ ਜੀ ਇਹ ਕੰਮ। ਹੂੰ। ਹਾਂਜੀ, ਤੇ ਹੋਰ ਗੁਜ਼ਾਰਾ ਅੱਧਾ ਕਿੱਲਾ ਪੈਲੀ ਤੋਂ, ਸਾਡੇ ਅੱਧਾ ਕਿੱਲਾ ਪੈਲੀ ਹੈ ਤੇ ਨਾਲ ਦੁਕਾਨ ਦਾ ਜੀ, ਬਸ ਇਹੋ ਸਾਡਾ ਹੀਲਾ ਸੀਲਾ, ਹੋਰ ਕੁਛ ਨਹੀਂ ਹੈ। ਤੇ ਅਸੀਂ ਚਾਹੁੰਦੇ ਹਾਂ ਵੀ ਸ਼ਹੀਦ ਭਾਈ ਸਲਵਿੰਦਰ ਸਿੰਘ ਸ਼ਿੰਦਾ ਜਿਹੜੇ ਹੋਏ ਨੇ ਖਾੜਕੂ ਸਿੰਘ ਕਾਲੀਆਂ ਸਕੱਤਰਾਂ ਦੇ, ਉਹਨਾਂ ਦੀ ਮਾਤਾ ਜੀ ਨੂੰ ਵੀ ਤੁਹਾਡੇ ਸਾਹਮਣੇ ਰੂਬਰੂ ਕਰੀਏ ਤਾਂ ਕਿ ਕੈਮਰੇ ਦੀ ਅੱਖ ਰਾਹੀਂ ਤੁਸੀਂ ਮਾਤਾ ਜੀ ਨੂੰ ਵੀ ਦੇਖ ਸਕੋ। ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਇਸ ਵਕਤ ਆਪਣੇ ਆਪ ਦੇ ਵਿੱਚ ਬਹੁਤ ਕੁਝ ਦਰਦ ਬਿਆਨ ਕਰਦੀਆਂ ਨੇ, ਜੋ ਮੈਂ ਮਾਤਾ ਜੀ ਦੀਆਂ ਅੱਖਾਂ ਦੇ ਵਿੱਚ ਦੇਖ ਚੁੱਕਿਆ। ਕਹਿਣ ਨੂੰ ਬੇਸ਼ੱਕ ਦੁਨੀਆ ਕੁਝ ਕਹਿੰਦੀ ਹੋਵੇ, ਉਹਨਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ, ਭਾਵੇਂ ਉਹ ਦਵਾਈਆਂ ਵੀ ਚੱਲਦੀਆਂ ਹੋਣ, ਪਰ ਇੱਕ ਮਾਂ ਦਾ ਦਰਦ ਕੇਵਲ ਮਾਂ ਜਾਣ ਸਕਦੀ ਹੈ। ਉਹੀ ਮਾਂ ਜਾਣ ਸਕਦੀ ਹੈ ਜਿਹਦੇ ਨਾਲ ਇਹ ਸਾਰਾ ਕੁਝ ਵਰਤਾਰਾ ਵਰਤਿਆ, ਜਿਹਦਾ ਜਵਾਨ ਪੁੱਤਰ ਘਰੋਂ ਚਲਿਆ ਗਿਆ। ਇੱਕੋ ਇੱਕ ਕਮਾਊ ਪੁੱਤਰ ਸੀ ਉਹ, ਬਾਕੀ ਤੇ ਛੋਟੇ ਸਨ। ਇਹ ਜਸਵੰਤ ਸਿੰਘ ਹੋਣੀ ਤੇ ਛੋਟੇ ਸਨ, ਤੇ 4 ਭੈਣਾਂ ਇਹਨਾਂ ਤੋਂ ਵੱਡੀਆਂ। ਕਿੱਡੀ ਜ਼ਿੰਮੇਵਾਰੀ ਸੀ ਪਰਿਵਾਰ ਦੀ ਸੋ ਉਸ ਸ਼ਹੀਦ ਸਲਵਿੰਦਰ ਸਿੰਘ ਸ਼ਿੰਦਾ ਦੇ ਉੱਪਰ। ਸੋ ਮੈਂ ਯਤਨ ਕਰਦਾ, ਮਾਤਾ ਜੀ ਸ਼ਾਇਦ ਕੁਝ ਬੋਲ ਤਾਂ ਨਾ ਸਕਣ, ਪਰ ਮਾਤਾ ਜੀ ਨੂੰ ਤੁਹਾਡੇ ਰੂਬਰੂ ਮੈਂ ਜ਼ਰੂਰ ਕਰਨਾ ਚਾਹੁੰਦਾ। ਤੁਸੀਂ ਮਾਤਾ ਜੀ ਨੂੰ ਇੱਥੇ ਬਿਠਾਇਓ। ਇਹ ਨੇ ਸ਼ਹੀਦ ਭਾਈ ਸਲਵਿੰਦਰ ਸਿੰਘ ਸ਼ਿੰਦਾ ਦੇ ਸਤਿਕਾਰਯੋਗ ਮਾਤਾ ਜੀ। ਇਹਨਾਂ ਦਾ ਕੀ ਨਾਮ ਹੈ ਮਾਤਾ ਜੀ? ਮਾਤਾ ਵੀਰ ਕੌਰ ਜੀ। ਮਾਤਾ ਵੀਰ ਕੌਰ ਜੀ ਇਹਨਾਂ ਦਾ ਨਾਮ ਹੈ। ਸਲਵਿੰਦਰ ਸਿੰਘ ਸ਼ਿੰਦਾ ਦੇ ਮਾਤਾ ਜੀ ਦਾ ਨਾਮ ਵੀਰ ਕੌਰ ਜੀ ਹੈ। ਉਹ ਮਾਤਾ ਜੀ ਨੂੰ ਤੁਸੀਂ ਵੇਖ ਸਕਦੇ ਹੋ, ਬਜ਼ੁਰਗੀ ਦਾ ਆਲਮ, ਅੱਖੀਆਂ 'ਚੋਂ ਨੀਰ, ਡਿਪਰੈਸ਼ਨ ਵਿੱਚ ਚਲੇ ਗਏ। ਮਾਨਸਿਕ ਸਥਿਤੀ ਕਿਹੋ ਜਿਹੀ ਵੀ ਹੋਵੇ, ਪਰ ਮਾਂ ਤਾਂ ਮਾਂ ਹੈ ਨਾ। ਅੰਦਾਜ਼ਾ ਲਾ ਸਕਦੇ ਹੋ ਤੁਸੀਂ, ਮਾਂ ਦੀਆਂ ਅੱਖਾਂ ਦੇ ਵਿੱਚੋਂ ਹੀ ਇੱਕ ਪੁੱਤਰ ਦੀ ਦਾਸਤਾਨ ਭਲੀ ਭਾਂਤ ਤੁਸੀਂ ਪੜ੍ਹ ਸਕਦੇ ਹੋ, ਸਮਝ ਸਕਦੇ ਹੋ, ਜਾਣ ਸਕਦੇ ਹੋ। ਮਾਤਾ ਜੀ ਸ਼ਾਇਦ ਕੁਝ ਕਹਿਣ ਤੋਂ ਵੀ ਅਸਮਰਥ ਨੇ, ਕਿਉਂਕਿ ਜਦੋਂ ਐਡਾ ਵੱਡਾ ਅਸਰ ਮਨ ਦੇ ਉੱਪਰ ਹੁੰਦਾ ਹੈ ਆਪਣੇ ਜਵਾਨ ਪੁੱਤਰ ਦਾ, ਤਾਂ ਉਹ ਕੋਈ ਵੀ ਮਾਂ ਹੋਵੇ ਦੁਨੀਆ ਦੀ, ਉਸ ਮਾਂ ਦੇ ਅੰਦਰੋਂ ਅਲਫਾਜ਼ ਹੀ ਗੁੰਮ ਹੋ ਜਾਂਦੇ ਨੇ। ਉਹ ਮਾਂ ਅਬੋਲ ਹੋ ਜਾਂਦੀ ਹੈ। ਬੋਲਣ ਦੀ ਤਾਕਤ ਵੀ ਹੁੰਦੀ ਹੈ, ਪਰ ਚਾਹੁੰਦੇ ਹੋਏ ਵੀ ਉਹ ਮਾਂ ਆਪਣਾ ਦਰਦ ਬਿਆਨ ਨਹੀਂ ਕਰ ਸਕਦੀ। ਆਪਣੇ ਅੰਦਰ ਹੀ ਉਸ ਦਰਦ ਨੂੰ ਪੀਂਦੀ ਹੈ ਦਿਨ ਰਾਤ। ਸ਼ਾਇਦ ਉਹੀ ਹੰਝੂ ਆਪਣੇ ਪੁੱਤਰ ਦੀ ਯਾਦ ਦੇ ਆਪਣੇ ਅੰਦਰ ਪੀਂਦੇ ਹੋਣ। ਇਹ ਮਾਤਾ ਜੀ ਦਾ ਚਿਹਰਾ, ਮੈਂ ਨਹੀਂ ਕਹਿ ਰਿਹਾ, ਮਾਤਾ ਜੀ ਦਾ ਚਿਹਰਾ, ਮਾਤਾ ਜੀ ਦੀਆਂ ਅੱਖੀਆਂ ਬਿਆਨ ਕਰਦੀਆਂ ਨੇ। ਜੋ ਕੁਛ ਮੈਂ ਕਹਿ ਰਿਹਾ ਉਹ ਮਾਤਾ ਜੀ ਸਮਝ ਰਹੇ ਨੇ ਕਿ ਮੈਂ ਕੀ ਬੋਲ ਰਿਹਾ, ਕਿ ਪਰਮਜੀਤ ਸਿੰਘ ਰਾਣਵਾ ਕੀ ਬੋਲ ਰਿਹਾ ਹੈ। ਮਾਨਸਿਕ ਸਥਿਤੀ ਡਾਵਾਡੋਲ ਨਹੀਂ, ਪਰ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਮਾਂ ਦੇ ਅੰਦਰੋਂ ਹਰਫੇ ਗੁੰਮ ਹੋ ਜਾਂਦੇ ਨੇ, ਬੋਲਣ ਦੇ ਲਈ ਬਚਦਾ ਹੀ ਕੁਝ ਨਹੀਂ। ਉਹੀ ਇੱਕ ਅਵਸਥਾ ਮਾਤਾ ਵੀਰ ਕੌਰ ਜੀ ਸ਼ਹੀਦ ਭਾਈ ਸਲਵਿੰਦਰ ਸਿੰਘ ਸ਼ਿੰਦਾ ਦੇ ਸਤਿਕਾਰਯੋਗ ਮਾਤਾ ਦੀ ਹੈ। ਤੁਸੀਂ ਵੇਖ ਸਕਦੇ ਹੋ, ਅੱਖਾਂ 'ਚੋਂ ਨੀਰ ਔਰ ਨੀਵੀਂ ਪਾਈ ਹੈ ਕਿ ਮੈਂ ਕੀ ਕਹਾਂ। ਇੱਕ ਸਵਾਲ ਹੈ ਬਹੁਤ ਵੱਡਾ ਸਾਡੀਆਂ ਸਰਕਾਰਾਂ ਨੂੰ, ਪੰਜਾਬ ਪੁਲਿਸ ਨੂੰ, ਕਿ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਅਣਗਿਣਤ ਹਜ਼ਾਰਾਂ ਹੀ ਮਾਵਾਂ ਨੇ ਜਿਹੜੀਆਂ ਆਪਣੇ ਅੰਦਰੋਂ ਪਤਾ ਨਹੀਂ ਕਿੰਨੀਆਂ ਕੁ ਬਦ ਦੁਆਵਾਂ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਅਫਸਰਾਂ ਨੂੰ ਦਿੰਦੀਆਂ ਹੋਣਗੀਆਂ, ਔਰ ਉਹਨਾਂ ਅਫਸਰਾਂ ਦਾ ਕੀ ਹਸ਼ਰ ਹੋਇਆ ਤੇ ਕੀ ਹੋ ਰਿਹਾ ਹੈ। ਅਖਬਾਰ ਦੀਆਂ ਸੁਰਖੀਆਂ ਉਹ ਵੀ ਤਾਂ ਗਵਾਹੀ ਭਰਦੀਆਂ ਨੇ। ਸਿੰਘਾਂ 'ਤੇ ਜ਼ੁਲਮ ਢਾਉਣ ਵਾਲਾ ਉਹੀ ਇੱਕ ਅਫਸਰ ਸੀ ਨਾ, ਅਮਰੀਕ ਸਿੰਘ, ਜਿਹਨੇ ਇੱਕ ਫੇਕ ਇਨਕਾਊਂਟਰ ਕੀਤਾ, ਝੂਠਾ ਮੁਕਾਬਲਾ ਬਣਾਇਆ, ਕਿਸੇ ਮਾਂ ਦਾ ਪੁੱਤ ਗੋਲੀ ਦੇ ਨਾਲ ਮਾਰ ਮੁਕਾਇਆ ਔਰ ਸ਼ੋਅ ਕਰਤਾ ਮੁਕਾਬਲਾ। ਪਰ ਜਦੋਂ ਸਾਡੇ ਹੀ ਕਾਨੂੰਨ ਨੇ
ਸਾਡੀਆਂ ਅਦਾਲਤਾਂ ਨੇ ਉਸ ਪੁਲਿਸ ਅਫਸਰ ਅਮਰੀਕ ਸਿੰਘ ਨੂੰ ਸਜ਼ਾ ਸੁਣਾਈ 10 ਸਾਲ ਦੀ ਕੈਦ ਦੀ, ਤਾਂ ਉਸ ਪੁਲਿਸ ਅਫਸਰ ਦਾ ਪਿਸ਼ਾਬ ਕਚਹਿਰੀ ਦੇ ਵਿੱਚ ਹੀ ਨਿਕਲਿਆ ਸੀ। ਜਿਹੜੇ ਦੂਸਰਿਆਂ ਦੇ ਪੁੱਤਰਾਂ ਦੇ ਪਿਸ਼ਾਬ ਕੱਢਣ ਦਾ ਹੀਆ ਕਰਦੇ ਸਨ, ਪਰ ਉਹ ਨਿਕਲਿਆ ਨਹੀਂ। ਉਹ ਸਿੰਘ ਤੇ ਬੜੇ ਦਲੇਰ ਸਨ, ਜਿਵੇਂ ਦੱਸਿਆ ਭਾਈ ਜਸਵੰਤ ਸਿੰਘ ਉਹਨਾਂ ਨੇ। ਪਰ ਉਹਨਾਂ ਅਫਸਰਾਂ ਦਾ ਵੀ ਕੀ ਹਸ਼ਰ ਹੁੰਦਾ ਹੈ ਨਾ, ਇਹੋ ਜਿਹੀਆਂ ਮਾਵਾਂ ਅੱਖੀਆਂ 'ਚੋਂ ਨੀਰ ਹੈ। ਤੁਸੀਂ ਮਤਲਬ ਕਹਿਣ ਤੋਂ ਬਿਨਾਂ ਹੀ ਸਭ ਕੁਝ ਸਮਝ ਸਕਦੇ ਹੋ। ਭਲੀ ਭਾਂਤ ਦਰਦ ਦੀ ਦਾਸਤਾਨ ਕਿੱਥੋਂ ਤੱਕ ਡੂੰਘੀ ਔਰ ਗਹਿਰੀ ਹੈ, ਇਹਨੂੰ ਕੀ ਬਿਆਨ ਕੀਤਾ ਜਾ ਸਕਦਾ ਹੈ। ਹੋਰ ਮੈਂ ਯਤਨ ਕਰਾਂਗਾ 2 ਮਿੰਟ ਇਸੇ ਪਿੰਡ ਦੇ ਸ਼ਹੀਦ ਭਾਈ ਬਗੀਚਾ ਸਿੰਘ ਖਾਲਸਾ ਦੇ ਭਰਾਤਾ ਭਾਈ ਪ੍ਰਤਾਪ ਸਿੰਘ ਖਾਲਸਾ, 2 ਮਿੰਟ ਇਸ ਪਰਿਵਾਰ ਬਾਰੇ ਉਹਨਾਂ ਤੋਂ ਵੀ ਮੈਂ ਜਾਣਨ ਦੀ ਕੋਸ਼ਿਸ਼ ਕਰਾਂਗਾ। ਭਾਈ ਪ੍ਰਤਾਪ ਸਿੰਘ ਜੀ ਖਾਲਸਾ ਕੈਮਰੇ ਦੇ ਰੂਬਰੂ ਹੋਣਗੇ, ਤੁਹਾਨੂੰ 2 ਮਿੰਟ ਇਸ ਪਰਿਵਾਰ ਦੀ ਬਾਬਤ ਉਹ ਸਮਝਾਉਣਗੇ। ਮਾਤਾ ਜੀ ਨੂੰ ਉੱਧਰ ਬਿਠਾ ਦਿਓ, ਭਾਈ ਪ੍ਰਤਾਪ ਸਿੰਘ ਜੀ ਦੱਸਣਗੇ। ਮਾਤਾ ਜੀ ਮੈਨੂੰ ਹੀ ਸਵਾਲ ਕਰ ਰਹੇ ਨੇ, ਪੁੱਤਰਾ ਮੈਂ ਕੀ ਕਹਾਂ, ਤੂੰ ਮੈਥੋਂ ਕੀ ਪੁੱਛਦਾ ਹੈ? ਤੂੰ ਮੇਰੀਆਂ ਅੱਖੀਆਂ 'ਚੋਂ ਪੜ੍ਹ ਲੈ ਮੇਰੀ ਕਹਾਣੀ, ਮੇਰੇ ਪੁੱਤਰ ਦੀ ਕਹਾਣੀ, ਮੇਰੇ ਪਰਿਵਾਰ ਦੀ ਕਹਾਣੀ। ਭਾਈ ਪ੍ਰਤਾਪ ਸਿੰਘ ਜੀ, ਬੜਾ ਦਰਦਨਾਕ ਮਾਹੌਲ ਹੈ ਇਸ ਵਕਤ ਜਿੱਥੇ ਆਪਾਂ ਪਹੁੰਚੇ ਹਾਂ। ਸ਼ਹੀਦ ਭਾਈ ਸਲਵਿੰਦਰ ਸਿੰਘ ਸ਼ਿੰਦਾ ਦੇ ਪਰਿਵਾਰ ਵਿੱਚ ਮਾਂ ਦੇ ਅਥਰੂ ਸੰਗਤਾਂ ਨੇ ਵੀ ਵੇਖੇ, ਤੁਸੀਂ ਵੀ ਵੇਖ ਰਹੇ ਹੋ, ਕੀ ਕਹਿਣਾ ਚਾਹੋਗੇ? ਇਹ ਜਿਹੜਾ ਪਰਿਵਾਰ ਹੈ ਇਹ ਸ਼ੁਰੂ ਤੋਂ ਇੰਨੀ ਗਰੀਬੀ ਸਥਿਤੀ ਦੇ ਵਿੱਚ ਹੀ, ਜਿਨ੍ਹਾਂ ਨੇ ਇਸ ਸਥਿਤੀ ਦੇ ਵਿੱਚ ਹੁੰਦਿਆਂ ਵੀ ਆਪਣਾ ਐਡਾ ਵੱਡਾ ਯੋਧਾ ਇੱਕ ਪੈਦਾ ਕੀਤਾ, ਕਿਉਂਕਿ ਮਾਤਾ ਉਸੇ ਦਰਦ ਨੂੰ ਨਹੀਂ ਭੁਲਾ ਸਕਦੀ ਕਿ ਜਿਹੜਾ ਉਹੀ ਉਹਨਾਂ ਦਾ ਕਮਾਊ ਪੁੱਤ ਸੀ। ਤੇ 4 ਭੈਣਾਂ ਦਾ ਮਾਤਾ ਨੇ, ਜਿਨ੍ਹਾਂ ਨੇ ਇਹਨਾਂ ਦਾ ਪਿਤਾ ਜੀ ਵੀ ਦੂਜਾ ਸ਼ੁਰੂ ਤੋਂ ਲੱਤ ਤੋਂ ਕਾਫੀ ਆਰੀ ਤੌਰ 'ਤੇ ਹਿੱਸਾ ਬਣਾ, ਤੇ ਇੱਕ ਅੱਧਾ ਕਿੱਲਾ ਜ਼ਮੀਨ ਤੋਂ 4 ਧੀਆਂ ਨੂੰ ਵਿਆਹੁਣਾ ਹੋਵੇ। ਸਲਵਿੰਦਰ ਸਿੰਘ ਨੇ ਆਪਦੀਆਂ 4 ਭੈਣਾਂ ਦੀ ਜ਼ਿੰਮੇਵਾਰੀ ਉਹਦੇ 'ਤੇ ਹੋਵੇ, ਲੇਕਿਨ ਉਹ ਦੂਸਰਾ ਜੋ ਹੈ ਆਪਣੇ ਸੰਘਰਸ਼ ਦੇ ਹੱਲੇ, ਇਹ ਸੰਘਰਸ਼ ਹੱਲੇ ਤੁਰ ਪਏ, ਜੋ ਕਿ ਉਸ ਟਾਈਮ ਉਹ ਦੂਜਾ ਕਬੱਡੀ ਦਾ ਪਲੇਅਰ ਵੀ ਸੀ। ਕਬੱਡੀ ਦਾ ਪਲੇਅਰ ਵੀ ਸੀ? ਹਾਂ, ਉਹ ਕਬੱਡੀ ਮੇਰੇ ਤੋਂ 4 ਸਾਲ ਉਹ ਵੱਡਾ ਸੀ, ਲੇਕਿਨ ਅਸੀਂ ਜੋ ਹੈ ਇਕੱਠੇ ਕਬੱਡੀ ਖੇਡਦੇ ਰਹੇ। ਕਈ ਵਾਰੀ ਉਹਨੇ ਆਪਣੇ ਜਿਹੜੇ ਦੂਸਰੇ ਪਹਿਲਵਾਨਾਂ ਨੂੰ ਆਖਣਾ, ਤੁਸੀਂ ਤਾਂ ਆਪਦੇ ਘਰੋਂ ਦੁੱਧ ਪੀ ਕੇ ਆਉਂਦੇ ਹੋਗੇ, ਲੇਕਿਨ ਮੈਨੂੰ ਤਾਂ ਘਰੋਂ ਲੱਸੀ ਮਿਲਦੀ ਹੈ ਸਿਰਫ, ਲੇਕਿਨ ਮੁਕਾਬਲਾ ਮੈਂ ਤੁਹਾਡਾ ਬਰਾਬਰੀ ਕਰੂੰਗਾ। ਇੰਨੀ ਸਪਿਰਿਟ ਹੀ ਉਹਦੀ। ਅੱਖਾਂ, ਉਹਦਾ ਜਿਹੜਾ ਚਿਹਰਾ ਸੀ ਨਾ, ਡੁੱਲ ਪੈਂਦਾ ਚਿਹਰਾ। ਹੁਣ ਵੀ ਸਾਡੇ ਅੱਖਾਂ ਦਾ ਉਹਦਾ, ਮਾਤਾ ਨੇ ਤਾਂ ਵਿਚਾਰੀ ਨੇ ਕਿੱਥੇ ਅਥਰੂ ਸਮਾ ਦੇਣਾ, ਸਾਨੂੰ ਮੁਸ਼ਕਿਲ ਹੋਣ ਡਿਆ ਵੀ ਉਹਨੇ ਇਸ ਸਥਿਤੀ ਦੇ ਵਿੱਚ ਦੂਜਾ ਰਹਿ ਕੇ। ਇਸ ਮਾਤਾ ਨੂੰ ਅਸੀਂ ਧੰਨ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਇੱਥੋਂ ਤੱਕ ਆਪਣਾ ਜੋ ਹੈ ਸਮਾਂ ਲੰਘਾਇਆ। ਬੇਸ਼ੱਕ ਮਾਤਾ ਜੀ ਕੈਮਰੇ ਤੋਂ ਪਰੇ ਨੇ, ਪਰ ਜੋ ਪ੍ਰਤਾਪ ਸਿੰਘ ਖਾਲਸਾ ਜੀ ਗੱਲ ਕਰ ਰਹੇ ਨੇ ਨਾ, ਮਾਤਾ ਜੀ ਸਿਰ ਹਿਲਾ ਕੇ ਆਖਦੇ ਨੇ, ਹਾਂ ਇੰਜ ਹੀ ਸੀ, ਮੇਰਾ ਪੁੱਤਰ ਐਸਾ ਹੀ ਸੀ। ਮਤਲਬ ਬੜਾ ਦਰਦਨਾਕ ਮਾਹੌਲ ਹੈ, ਬੜਾ ਗਮਗੀਨ ਮਾਹੌਲ ਹੈ ਇਸ ਵਕਤ ਪਰਿਵਾਰ ਦੇ ਵਿੱਚ। ਮਤਲਬ ਉਸ ਦਰਦ ਦਾ ਉਂਝ ਫਕਰ ਹੈ ਪਰਿਵਾਰ ਨੂੰ ਕਿ ਸਾਡਾ ਪੁੱਤਰ ਸ਼ਹੀਦ ਹੋਇਆ, ਸਾਡਾ ਭਰਾ ਸ਼ਹੀਦ ਹੋਇਆ, ਸਾਡੇ ਪਰਿਵਾਰ ਦਾ ਜੀ ਸ਼ਹੀਦ ਹੋਇਆ। ਪਰ ਅਗਰ ਐਸਾ ਕੁਝ ਸਾਡੀਆਂ ਸਰਕਾਰਾਂ, ਸਾਡੀਆਂ ਫੋਰਸਾਂ, ਸਾਡੀ ਭਾਰਤੀ ਫੌਜ ਅਗਰ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਨਾ ਕਰਦੀ, ਤਾਂ ਇਹ ਹਜ਼ਾਰਾਂ ਮਾਵਾਂ, ਹਜ਼ਾਰਾਂ ਨਹੀਂ ਤਕਰੀਬਨ ਲੱਖਾਂ ਮਾਵਾਂ ਕਹਿ ਲਈਏ। ਕਿਉਂ ਲੱਖਾਂ, ਕਿਉਂ ਤੁਸੀਂ ਸਵਾਲ ਕਰੋਗੇ ਤਾਂ ਜਵਾਬ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਦੀ ਉਗਾਹੀ ਭਰਦੇ ਨੇ, ਜਿਨ੍ਹਾਂ ਨੇ 25,000 ਲਾਵਾਰਸ ਲਾਸ਼ਾਂ ਦਾ ਡਾਟਾ ਤਾਂ ਇਕੱਠਾ ਕੀਤਾ ਨਾ, 25,000 ਉਤੇ ਲਾਵਾਰਸ ਲਾਸ਼ਾਂ ਸੀ। ਝੂਠੇ ਮੁਕਾਬਲੇ, ਤਸ਼ੱਦਦ ਕਰ ਕੇ ਖ਼ਤਮ ਕਰ ਦੇਣੇ ਪਰਿਵਾਰ ਦੇ ਜੀ। ਤੇ ਅਣਗਿਣਤ ਪਰਿਵਾਰ ਪੰਜਾਬ ਦੀ ਧਰਤੀ 'ਤੇ ਐਸੇ ਵੀ ਨੇ ਜਿਨ੍ਹਾਂ ਦਾ ਅੱਜ ਤੱਕ ਕੋਈ ਥੋਹ ਸਿਰਾ ਹੀ ਨਹੀਂ ਪਤਾ ਲੱਗਦਾ ਕਿ ਉਹ ਗਏ ਤੇ ਗਏ ਕਿੱਥੇ। ਪੁਲਿਸ ਚੁੱਕ ਕੇ ਲੈ ਗਈ ਘਰਾਂ 'ਚੋਂ,
ਚਾਹੇ ਉਹ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਚਰਨ ਸਿੰਘ ਜੀ, ਬਾਬਾ ਚਰਨ ਸਿੰਘ ਸਰਹਾਲੀ ਵਾਲੇ 6 ਪਰਿਵਾਰ, ਉਹਨਾਂ ਦੇ 6 ਜੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਪੰਜਾਬ ਪੁਲਿਸ ਨੇ ਚੁੱਕ ਕੇ ਕਿੱਥੇ ਗੁੰਮ ਕੀਤੇ, ਕਿੱਥੇ ਉਹਨਾਂ ਦੇ ਝੂਠੇ ਮੁਕਾਬਲੇ ਬਣਾਏ, ਕਿਹੜੇ ਦਰਿਆਵਾਂ ਵਿੱਚ ਉਹਨਾਂ ਦੀਆਂ ਲਾਸ਼ਾਂ ਸੁੱਟੀਆਂ, ਅੱਜ ਤੱਕ ਇਸ ਰਾਜ ਤੋਂ ਪਰਦਾ ਨਹੀਂ ਉੱਠਿਆ। ਪਰ ਉਹ ਪਰਿਵਾਰ ਦੱਸਦਾ ਹੈ ਕਿ ਸਾਡੇ ਪਰਿਵਾਰ ਨਾਲ ਐਸਾ ਕੁਝ ਹੋਇਆ, ਐਸਾ ਬਹੁਤ ਹੈ। ਪੰਜਾਬ ਦੀ ਧਰਤੀ 'ਤੇ ਚੱਪੇ ਚੱਪੇ 'ਤੇ ਇਹ ਮਾਝੇ ਦਾ ਇਲਾਕਾ, ਇਹ ਮਾਲਵੇ ਦਾ ਇਲਾਕਾ, ਦੁਆਬੇ ਦਾ ਇਲਾਕਾ, ਇੱਕ ਘਰ ਤੋਂ ਬਾਅਦ ਦੂਸਰੇ ਘਰ ਦੀ ਇੱਕ ਆਪਣੀ ਹੀ ਦਰਦਨਾਕ ਕਹਾਣੀ ਹੈ, ਦਾਸਤਾਨ ਹੈ। ਜ਼ੁਲਮ ਔਰ ਸਿਤਮ, ਅਤਿਆਚਾਰ ਸਾਡੀ ਸਰਕਾਰ ਅਤੇ ਸਾਡੀ ਪੰਜਾਬ ਪੁਲਿਸ ਦਾ। ਭਾਈ ਪ੍ਰਤਾਪ ਸਿੰਘ ਜੀ, ਤੁਸੀਂ ਦੱਸ ਰਹੇ ਸੀ ਦਰਦਨਾਕ ਦਾਸਤਾਨ ਇਸ ਪਰਿਵਾਰ ਦੀ। ਮਾਂ ਜਿਹੜੀ ਹੈ ਉਹ ਬੇਸ਼ੱਕ ਕੈਮਰੇ ਤੋਂ ਪਰੇ ਹੈ, ਪਰ ਮਾਂ ਆਪਣੀਆਂ ਅੱਖੀਆਂ ਅਜੇ ਵੀ ਪੂੰਝ ਰਹੀ ਹੈ, ਸ਼ਹੀਦ ਸਲਵਿੰਦਰ ਸਿੰਘ ਦੀ ਮਾਂ। ਅਸੀਂ ਉਹੀ ਕਹਿ ਰਹੇ ਕਿ ਅੱਧੇ ਕਿੱਲੇ ਪੈਲੀ ਤੋਂ ਜਿਹਦੇ ਵਿੱਚ ਜੇ ਆਪਾਂ ਪੱਠੇ ਬੀਜ ਲਈਏ ਤੇ 2 ਡੰਗਰ ਵੀ ਨਹੀਂ ਪਾਲਦੇ, ਤੇ ਜਿਹੜੇ ਆਪਣੇ 4 ਭੈਣਾਂ ਤੇ ਇੱਕ ਸਾਤੇ ਤੇ 2 ਮਾਤਾ ਪਿਤਾ, 9 ਜੀ। ਭਾਈ ਸਲਵਿੰਦਰ ਸਿੰਘ ਸ਼ਹੀਦ ਹੋ ਗਏ, ਬਾਕੀ ਵੀ 8 ਜੀ ਹੈਗੇ। 8 ਜੀ ਅੱਧਾ ਕਿੱਲਾ ਪੈਲੀ ਤੋਂ ਕਿਵੇਂ ਗੁਜ਼ਾਰਾ ਕਰਦੇ ਰਹੇ, ਕਿਵੇਂ ਉਹਨਾਂ ਆਪਦੀਆਂ ਭੈਣਾਂ ਦੀਆਂ ਇਹਨਾਂ ਨੇ ਸ਼ਾਦੀਆਂ ਕੀਤੀਆਂ। ਭਾਈ ਜਸਵੰਤ ਸਿੰਘ ਦੇ ਭਾਈ ਪ੍ਰਗਟ ਸਿੰਘ ਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜੇ ਉਹਨਾਂ ਨੇ ਆ ਕਰਿਆਨੇ ਦੀ ਛੋਟੀ ਜੀ, ਜੇ ਇਹਨਾਂ ਨੇ ਨਾ ਦੂਜਾ ਦੁਕਾਨ ਪਾਈ ਹੁੰਦੀ ਤੇ ਅੱਜ ਇਹ ਸਿਰ ਤੇ ਇੱਟਾਂ ਢੋਦੇ ਹੁੰਦੇ ਕਿ ਇਹਦੀਆਂ ਦਿਹਾੜੀਆਂ ਕਰਦੇ। ਇਹ ਛੋਟੇ ਜਿਹੇ, ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਕਿੰਨੀ ਕੁ ਕਰਿਆਨੇ ਦੀ ਦੁਕਾਨ ਚੱਲਦੀ ਹੈ, ਉਹ ਤੋਂ ਗੁਜ਼ਾਰਾ ਹੀ ਚੱਲਦਾ। ਤੇ ਮੈਂ ਸੰਸਥਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਕਿਉਂਕਿ ਮੈਨੂੰ ਸੱਚ ਬੋਲਣ ਨਹੀਂ ਆਉਂਦਾ, ਸੱਚ ਜੋ ਹੈ ਆਉਂਦੇ ਕਿ ਸੱਚ ਦਾ ਗਲਾ ਦਬਾ ਲਗੇ। ਤੇ ਜਿਹੜੇ ਬੰਦੇ ਨੇ ਦਿਨ ਦੇ ਵਿੱਚ 99 ਝੂਠ ਮਾਰਨੇ ਆ, ਉਹਦੇ ਸਾਹਮਣੇ ਜਦੋਂ ਤੁਸੀਂ ਇੱਕ ਸੱਚ ਬੋਲੋਗੇ ਉਹਨੂੰ ਅੱਗ ਬਰੋਲਾ ਹੋਣਾ ਵੀ ਇਹਨੇ ਕਾਹਤੋਂ ਬੋਲਿਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸੰਸਥਾਵਾਂ ਨੂੰ ਕਿ ਜਿਹੜੇ ਤੁਸੀਂ ਜਿਨ੍ਹਾਂ ਨੂੰ ਤੁਸੀਂ ਦਿੱਤਾ ਤੁਸੀਂ ਬਹੁਤ ਹੈ, ਲੱਖਾਂ ਦੇ ਨਾਲ ਦਿੱਤਾ ਹੋਊਗਾ, ਸ਼ਹੀਦ ਪਰਿਵਾਰਾਂ ਨੂੰ ਦਿੱਤਾ ਹੈ। ਲੇਕਿਨ ਆ ਤੁਹਾਡੇ ਸਾਹਮਣੇ ਭਾਈ ਜਸਵੰਤ ਸਿੰਘ ਨੇ ਕਿਹਾ ਕਿ ਸਾਡੇ ਕੋਲੇ ਕੋਈ ਸੰਸਥਾ ਨਹੀਂ ਆਈ। ਤੁਸੀਂ ਅੱਧੇ ਕਿੱਲੇ ਵਾਲੇ ਕੋਲੇ ਕਿਉਂ ਨਹੀਂ ਆਏ? ਤੁਸੀਂ ਕੀ ਵੈਰੀਫਿਕੇਸ਼ਨ ਕੀਤੀ? ਕੋਈ ਚੈਨਲ ਵੀ ਨਹੀਂ ਆਇਆ ਨਾ, ਕੋਈ ਚੈਨਲ ਵੀ ਨਹੀਂ ਆਇਆ ਹੈ। ਗੁਰਬਾਣੀ ਆ ਸੱਚਖੰਡ ਬਾਣੀ ਦਾ ਅਸੀਂ ਪਹਿਲਾਂ ਗੁਰਬਾਣੀ ਅਖੰਡ ਬਾਣੀ ਦਾ ਅਸੀਂ ਇਹ ਤੋਂ ਇਲਾਵਾ ਕੋਈ ਇਹਨਾਂ ਦੇ ਘਰ ਚੈਨਲ ਨਹੀਂ ਪਹੁੰਚਾ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਤੁਸੀਂ ਸਾਡੇ ਥੋੜ੍ਹਾ ਜਿਹਾ ਕਹਿਣ 'ਤੇ ਤੁਸੀਂ ਕਿਹਾ ਕਿ ਅਸੀਂ ਸਾਰੇ ਜੋ ਹੈ 17 ਦੇ 17 ਸ਼ਹੀਦ ਪਰਿਵਾਰਾਂ ਨੂੰ ਕਬਰ ਕਰਨਾ, ਜਿਹੜਾ ਤੁਸੀਂ ਸਾਡਾ ਮਾਣ ਰੱਖਿਆ, ਮੈਂ ਤੁਹਾਡਾ ਬੜਾ ਧੰਨਵਾਦ ਕਰਦਾ। ਜਿਹੜਾ ਤੁਸੀਂ ਇਹਨਾਂ ਦੀ ਜੋ ਇੱਕ ਲਫ਼ਜ਼ ਨੂੰ ਜੋ ਹੈ ਆਲ ਦੁਨੀਆ ਤੱਕ ਜੋ ਹੈ ਪਹੁੰਚਾ ਰਹੇ ਜੇ। ਬੀਬੀ ਸੰਦੀਪ ਕੌਰ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਚੈਨਲ ਵੱਲੋਂ ਵੀ, ਗੁਰਬਾਣੀ ਅਖੰਡ ਬਾਣੀ ਵੱਲੋਂ, ਇਸ ਚੈਨਲ ਵੱਲੋਂ ਜੋ ਸਾਡਾ ਚੈਨਲ ਹੈ। ਔਰ ਉੱਥੇ ਹੀ ਭਾਈ ਪ੍ਰਤਾਪ ਸਿੰਘ ਖਾਲਸਾ ਦੀ ਮੁਲਾਕਾਤ ਹੁੰਦੀ ਹੈ ਮੇਰੇ ਨਾਲ, ਜਦੋਂ ਮੈਂ ਬੀਬੀ ਸੰਦੀਪ ਕੌਰ ਜੀ ਦੀ ਇੰਟਰਵਿਊ ਕਰਨ ਵਾਸਤੇ ਗਿਆ ਸੀ ਕੁਝ ਦਿਨ ਪਹਿਲਾਂ। ਤੇ ਜਦੋਂ ਇਹਨਾਂ ਨੇ ਉੱਥੇ ਆਪਣੇ ਪਿੰਡ ਦਾ ਜ਼ਿਕਰ ਕੀਤਾ ਕਾਲੀਆਂ ਸਕੱਤਰਾਂ, ਤਾਂ ਅਸੀਂ ਸੁਣਿਆ ਹੋਇਆ ਸੀ ਕਿ ਕਾਲੀਆਂ ਸਕੱਤਰਾਂ ਦੇ ਕੁਝ ਸਿੰਘ ਸ਼ਹੀਦ ਹੋਏ ਨੇ। ਸਾਨੂੰ ਤਾਂ ਇਹੀ ਪਤਾ ਸੀ ਕੁਝ, 1 ਜਾਂ 2, ਪਰ ਇਹਨਾਂ ਤੋਂ ਪਤਾ ਚੱਲਾ ਕਿ 1 ਨਹੀਂ, 2 ਨਹੀਂ, 3 ਨਹੀਂ, 10 ਨਹੀਂ, 15 ਨਹੀਂ, 17 ਸਿੰਘ ਸ਼ਹੀਦ ਹੋਏ ਨੇ ਇਸ ਕਾਲੀਆਂ ਸਕੱਤਰਾਂ ਦੇ। ਸੋ ਧੰਨਵਾਦ ਅਸੀਂ ਚੈਨਲ ਵੱਲੋਂ ਤੁਹਾਡਾ ਵੀ ਕਰਦੇ ਹਾਂ ਪ੍ਰਤਾਪ ਸਿੰਘ ਖਾਲਸਾ ਜੀ, ਤੁਸੀਂ ਸਾਨੂੰ ਇੱਥੇ ਲੈ ਕੇ ਆਏ ਹੋ ਔਰ ਇਹਨਾਂ ਪਰਿਵਾਰਾਂ ਦੇ ਨਾਲ ਸਾਨੂੰ ਮਿਲਾ ਰਹੇ ਹੋ। ਸੋ ਅਸੀਂ ਚੈਨਲ ਵੱਲੋਂ ਇਹੀ ਬੇਨਤੀ ਕਰਦੇ ਹਾਂ, ਪਰਿਵਾਰ ਦਾ ਜਿਹੜਾ ਨੰਬਰ ਹੈ ਭਾਈ ਜਸਵੰਤ ਸਿੰਘ ਉਹਨਾਂ ਦਾ, ਸ਼ਹੀਦ ਭਾਈ ਸਲਵਿੰਦਰ ਸਿੰਘ ਸ਼ਿੰਦਾ ਦਾ ਜਿਹੜਾ ਭਰਾ ਹੈ ਸਕਾ, ਉਹਦਾ ਅਸੀਂ ਫ਼ੋਨ ਨੰਬਰ ਤੁਹਾਨੂੰ ਸਾਰੀਆਂ ਸੰਗਤਾਂ ਜਿਹੜੀਆਂ ਦੇਖ ਰਹੀਆਂ ਨੇ ਦੇਸ਼ ਵਿਦੇਸ਼ ਦੀਆਂ, ਤੁਹਾਨੂੰ ਨੰਬਰ ਜ਼ਰੂਰ ਅਸੀਂ ਦਿੰਦੇ ਹਾਂ ਤਾਂ ਕਿ ਤੁਸੀਂ ਅਗਰ ਇਸ ਪਰਿਵਾਰ ਦੇ ਨਾਲ ਕੋਈ ਸੰਪਰਕ ਕਰਨਾ ਹੈ, ਸਿੱਧਾ ਸੰਪਰਕ ਤੁਸੀਂ ਕਰ ਸਕਦੇ ਹੋ। ਕਿੰਨਾ ਨੰਬਰ ਹੈ ਤੁਹਾਡਾ? ਹਾਂਜੀ, ਸਾਡਾ ਨੰਬਰ ਹੈ ਜੀ 7658 71964 ਜੀ। 7658 71964 ਜੀ। 71974 76578 71974 ਇਹ ਸ਼ਹੀਦ ਭਾਈ ਸਲਵਿੰਦਰ ਸਿੰਘ ਸ਼ਿੰਦਾ ਦੇ ਭਰਾ ਜਸਵੰਤ ਸਿੰਘ ਦਾ ਇਹ
फ़ोन नंबर है। देशां विदेशां तो अगर कोई संगतां इन्हां नाल संपर्क करना चाहुंदियां ने, सीधा संपर्क तुसीं परिवार दे नाल कर सकदे हो। सो भाई प्रताप सिंह जी और भाई जसवंत सिंह जी, तुहाडा बहुत बहुत धन्नवाद। वाहिगुरू जी का खालसा, वाहिगुरू जी की फतेह।